ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਈ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਾਲਾ ਸਿੱਖ ਮਿਹਰਾ ਔਰ ਸੁਣੇ ਨਿਹਾਲੂ ਰਹਿ ਗਿਰ ਠੌਰ। ਸੋ ਬੰਧਨ ਕਰ ਬੈਠੇ ਪਾਸ ਸੁਨ ਪ੍ਰਸੰਗ ਕੋ ਬਾਕ ਪ੍ਰਕਾਸ਼। ਕਾਲਾ ਸਿੱਖ ਮਿਹਰਾ ਔਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਥ, ਨਿਮਰਤਾ ਦੇ ਪੁੰਜ, ਪ੍ਰਤੱਖ ਹਰ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਸਤਿਗੁਰਾਂ ਦਾ ਨਿਵਾਸ ਹੈ। ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਭਾਈ ਹਮਜਾ, ਜੱਜਾ ਇਹ ਦੋਨੋਂ ਭਰਾ ਹਨ। ਭਾਈ ਬਾਲਾ ਤੇ ਮਰਵਾਹਾ, ਭਾਈ ਓਹਰੀ ਤੇ ਭਾਈ ਨਾਨੋ ਤੇ ਭਾਈ ਸੂਰੀ ਜੋ ਨਗਰ ਦੇ ਚੌਧਰੀ ਹਨ। ਇਹ ਸਾਰੇ ਸਿੱਖ ਮਿਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਨੇ। ਆ ਕੇ ਇਹਨਾਂ ਨੇ ਨਮਸਕਾਰਾਂ ਕੀਤੀਆਂ ਨੇ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ, ਗੁਰੂ ਗਰੀਬ ਨਵਾਜ ਸਤਿਗੁਰੂ, ਜਿਸ ਤਰ੍ਹਾਂ ਮਹਾਰਾਜ ਅਸੀਂ ਸੁਣਿਆ ਹੈ ਕਿ ਸਨਾਤਨ ਮੱਤ ਦੇ ਵਿੱਚ ਕਾਂਸ਼ੀ ਦੀ ਧਰਤੀ ਦਾ ਬੜਾ ਮਹਾਤਮ ਦੱਸਿਆ ਹੈ, ਪਰ ਆਪ ਜੀ ਨੇ ਬਾਣੀ ਦੇ ਅੰਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਮਹਾਨਤਾ ਦੱਸੀ ਹੈ। ਕਿਉਂਕਿ ਬੇਅੰਤ ਥਾਈਂ ਅਸੀਂ ਸ਼੍ਰੀ ਅੰਮ੍ਰਿਤਸਰ ਦੀ ਅਤੇ ਪਾਵਨ ਸਰੋਵਰ ਦੀ ਮਹਿਮਾ ਪੜ੍ਹਦੇ ਹਾਂ। ਮਹਾਰਾਜ ਕਿਰਪਾ ਕਰਕੇ ਦੱਸੋ, ਇਹਦਾ ਸਾਨੂੰ ਨਿਰਣਾ ਹੋ ਜਾਵੇ ਕਿ ਕਿਸ ਤਰ੍ਹਾਂ ਇਸ ਸਥਾਨ ਦਾ ਇੰਨਾ ਮਹਾਤਮ ਹੈ। ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਮਹਾਰਾਜ ਨੇ ਬਚਨ ਕਹੇ ਨੇ। ਗੁਰਦੇਵ ਕਹਿੰਦੇ ਹਨ ਕਿ ਜੋ ਅੰਮ੍ਰਿਤਸਰ ਤੀਰਥ ਹੈ, ਇਸ ਦੇ 12 ਕੋਹ ਤੱਕ ਜਿੰਨੇ ਤੀਰਥ ਹਨ, ਤਿੰਨਾਂ ਲੋਕਾਂ ਦੇ ਇਹ ਕਲਯੁਗ ਤੋਂ ਭੈ ਧਾਰ ਕੇ ਇੱਥੇ ਆ ਕੇ ਨਿਵਾਸ ਰੱਖ ਰਹੇ ਨੇ। ਸਾਰੇ ਤੀਰਥਾਂ ਦਾ ਫਲ ਇੱਥੇ ਅੰਮ੍ਰਿਤਸਰ ਦਰਸ਼ਨ ਕਰਕੇ, ਸਰੋਵਰ ਵਿੱਚ ਇਸ਼ਨਾਨ ਕਰਕੇ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਹਰਿਮੰਦਰ ਸਾਹਿਬ ਜਿਹੜੀ ਨਗਰੀ ਅਕਾਲ ਪੁਰਖ ਦੀ ਆਪਣੀ ਹੈ, ਗੁਰਬਾਣੀ ਦੇ ਅੰਦਰ ਵੀ ਇਸ ਸਥਾਨ ਦਾ ਮਹਾਤਮ ਇਸ ਲਈ ਦਰਸਾਇਆ ਹੈ ਕਿਉਂਕਿ ਇੱਥੇ ਅੱਠੇ ਪੈਰ ਨਾਮ ਦਾ ਪ੍ਰਵਾਹ ਚੱਲਦਾ ਹੈ। ਫਿਰ ਨਾਮ ਅਤੇ ਨਾਮੀ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਇਹ ਅਸਥਾਨ ਇੰਨਾ ਮਹਾਨ ਹੈ ਜਿਸ ਦੇ ਵਿੱਚ ਨਿਰਗੁਣ ਸਰੂਪ ਪਰਮਾਤਮਾ ਦਾ ਨਾਮ, ਸਰਗੁਣ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਿਰਾਜਮਾਨ ਹੈ। ਪਰਮਾਤਮਾ ਅਕਾਲ ਪੁਰਖ ਦੇ ਨਿਰਗੁਣ ਅਤੇ ਸਰਗੁਣ ਦੋਨੋਂ ਹੀ ਸਰੂਪ ਇੱਥੇ ਬਿਰਾਜਮਾਨ ਨੇ। ਕਿਉਂਕਿ ਨਿਰਗੁਣ ਪਰਮਾਤਮਾ ਦਾ ਨਾਮ ਉਹ ਇੱਥੇ ਅੱਠੇ ਪੈਰ ਪ੍ਰਵਾਹ ਚੱਲ ਰਿਹਾ ਹੈ ਅਤੇ ਸਰਗੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਕਾਲ ਪੁਰਖ ਦਾ ਆਪਣਾ ਸਰੂਪ ਹੈ। ਇਸ ਲਈ ਗੁਰਦੇਵ ਕਹਿੰਦੇ ਨੇ
ਇੱਥੇ ਇਸ਼ਨਾਨ ਕਰਨ ਦੇ ਨਾਲ ਜਿਹੜਾ ਭਾਵਨਾ ਦੇ ਨਾਲ ਇਸ਼ਨਾਨ ਕਰੇ, ਦਰਸ਼ਨ ਕਰੇ, ਉਹਦੇ ਕੀਤੇ ਪਾਪ ਵੀ ਨਾਸ ਹੁੰਦੇ ਨੇ। ਜਿੱਥੇ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਨਿਵਾਸ ਰੱਖਿਆ ਹੋਵੇ, ਉੱਥੇ ਫਿਰ ਬ੍ਰਹਮਾ, ਸ਼ਿਵ, ਸਾਰੇ ਜਿਹੜੇ ਦੇਵਤੇ ਨੇ ਉਹ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਆ ਕੇ ਵਸਦੇ ਨੇ। ਇਸੇ ਤਰ੍ਹਾਂ ਕੋਈ ਵੀ ਐਸਾ ਦੇਵਤਾ ਨਹੀਂ ਹੈ ਜਿਹੜਾ ਅਕਾਲ ਪੁਰਖ ਦੀ ਸ਼ਰਨ ਨਾ ਚਾਹੁੰਦਾ ਹੋਵੇ। ਇਸ ਲਈ ਹਰਿਮੰਦਰ ਦੇ ਅੰਦਰ ਸਤਿਨਾਮ ਦਾ ਸਿਮਰਨ ਦਾ ਪ੍ਰਵਾਹ ਚੱਲਦਾ ਹੈ। ਜਿਹੜਾ ਵੀ ਪ੍ਰੇਮ ਦੇ ਨਾਲ ਦਰਸ਼ਨ ਕਰੇਗਾ ਉਹਦੀ ਕਲਿਆਣ ਜ਼ਰੂਰ ਹੋਵੇਗੀ, ਅੰਤਸ਼ਕਰਨ ਪਵਿੱਤਰ ਹੋਵੇਗਾ। ਤੇ ਜਿਹੜੇ ਨਿਸ਼ਕਾਮ ਹਨ ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨਗੇ ਤੇ ਕਾਮਨਾ ਵਾਲਿਆਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਅੰਮ੍ਰਿਤਸਰ ਦੀ ਪਰਿਕਰਮਾ ਦੇ ਵਿੱਚ, ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇੱਕ ਇੱਕ ਕੋਹ ਤੇ ਮਹਾਰਾਜ ਕਹਿੰਦੇ ਹਨ ਕਿ 100 ਤੀਰਥ ਜਿਹੜਾ ਹੈ ਉਹ ਨਿਵਾਸ ਰੱਖ ਰਿਹਾ ਹੈ। ਸੂਖਮ ਰੂਪ ਧਾਰ ਕੇ ਸਰੋਵਰ ਦੇ ਕੰਢੇ ਦੇ ਉੱਤੇ ਆ ਕੇ ਉਹ ਤੀਰਥ ਇੱਥੇ ਬਿਰਾਜਮਾਨ ਹੋਇਆ ਹੈ, ਆਪਣੀ ਆਪਣੀ ਪਾਵਨਤਾ ਚਾਹੁੰਦਾ ਹੈ। ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕੀਤੇ ਸੀ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਕਿ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਅੰਮ੍ਰਿਤਮਈ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਲਾ ਸਿੱਖ ਮੇਹਰਾ ਔਰ। ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਭਾਈ ਕਾਲਾ ਜੀ ਅਤੇ ਭਾਈ ਮੇਹਰਾ ਜੀ, ਸਣੇ ਨਿਹਾਲੂ ਰਹਿ ਗਿਰ ਠੌਰ। ਭਾਈ ਨਿਹਾਲੂ ਜੀ ਇਹ ਸਿੱਖ ਮਿਲ ਕੇ ਆਏ ਨੇ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਨਿਵਾਸ ਰੱਖਦੇ ਸੀ। ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਸਿੱਖਾਂ ਨੂੰ ਉਪਦੇਸ਼ ਦੇ ਰਹੇ ਸਨ, ਭਾਈ ਜੱਜਾ, ਭਾਈ ਓਹਰੀ, ਭਾਈ ਸੂਰੀ, ਭਾਈ ਬਾਲਾ ਤੇ ਮਰਵਾਹਾ, ਇਹ ਵੀ ਜਿਹੜੇ ਸਿੱਖ ਸਨ, ਭਾਈ ਕਾਲਾ, ਭਾਈ ਮੇਹਰਾ ਤੇ ਭਾਈ ਨਿਹਾਲੂ, ਇਹ ਸਿੱਖ ਵੀ ਸੰਗਤ ਵਿੱਚ ਬੈਠੇ ਹਨ। ਸੋ ਬੰਦਨ ਕਰ ਬੈਠੇ ਪਾਸ। ਇਹ ਵੀ ਨਮਸਕਾਰ ਕਰਕੇ ਗੁਰਦੇਵ ਦੇ ਕੋਲ ਬੈਠੇ ਹਨ। ਸੁਨ ਪ੍ਰਸੰਗ ਕੋ ਬਾਗ ਪ੍ਰਕਾਸ਼। ਇਹਨਾਂ ਨੇ ਸਾਰਾ ਜਿਹੜਾ ਅੰਮ੍ਰਿਤਸਰ ਦਾ ਪ੍ਰਸੰਗ ਗੁਰੂ ਸਾਹਿਬ ਜੀ ਨੇ ਸੁਣਾਇਆ ਹੈ ਕਿ ਅੰਮ੍ਰਿਤਸਰ ਦੀ ਕਿੱਡੀ ਮਹਾਨਤਾ ਹੈ। ਇਹ ਹਰਿਮੰਦਰ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਰਚਿਆ। ਇੱਥੇ ਪਰਿਕਰਮਾ ਦੇ ਵਿੱਚ 100 ਤੀਰਥ ਇੱਕ ਇੱਕ ਪੈਰ ਤੇ ਨਿਵਾਸ ਰੱਖ ਰਿਹਾ ਹੈ। ਇਹਦੀ ਮਹਾਨਤਾ ਜਦੋਂ ਸਿੱਖਾਂ ਨੇ ਸੁਣੀ ਹੈ, ਕਹੋ ਪ੍ਰਭੂ ਕਰ ਸੰਸੈ ਹਾਨੀ। ਫਿਰ ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਮਨ ਦਾ ਇੱਕ ਸ਼ੰਕਾ ਹੈ, ਇਹ ਵੀ ਦੂਰ ਕਰ ਦਵੋ। ਉਸੇ ਤਾਮਸੀ ਯਹਾਂ ਜੇ ਪ੍ਰਾਨੀ। ਮਹਾਰਾਜ ਆਪ ਜੀ ਨੇ ਦੱਸਿਆ ਕਿ ਜਿਹੜੇ ਅੰਮ੍ਰਿਤਸਰ ਨਿਵਾਸ ਰੱਖਣਗੇ, ਭਾਵਨਾ ਵਾਲੇ, ਪ੍ਰੇਮ ਵਾਲੇ, ਤੇ ਜਿਹੜੇ ਵੀ ਇੱਥੇ ਆ ਕੇ ਦਰਸ਼ਨ ਕਰਦੇ ਨੇ ਉਹਨਾਂ ਦੀ ਕਲਿਆਣ ਜ਼ਰੂਰ ਹੁੰਦੀ। ਪਰ ਮਹਾਰਾਜ ਸਾਡਾ ਇਹ ਵੀ ਸ਼ੰਕਾ ਦੂਰ ਕਰ ਦਿਓ। ਕਈ ਐਸੇ ਵੀ ਹਨ ਕਿ ਇੱਥੇ ਤਾਮਸੀ ਲੋਕ ਵੀ ਨਿਵਾਸ ਰੱਖ ਕੇ ਬੈਠੇ ਨੇ, ਤੇ ਉਹ ਤਾਮਸੀ ਕੌਣ ਨੇ? ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ 'ਚ ਸੁਣਿਆ ਸੀ ਕਿ ਤਾਮਸੀ ਬਿਰਤੀ ਕਿਹਨੂੰ ਕਿਹਾ ਜਾਂਦਾ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਤਾਮਸੀ ਲੋਕ ਨੇ, ਜਿਹੜੇ ਹੱਤਿਆਰੇ ਨੇ, ਪਾਪੀ ਹਨ, ਕਿਉਂਕਿ ਤੀਰਥ ਦੀ ਤੇ ਮਹਾਨਤਾ ਹੁੰਦੀ ਹੈ, ਤੇ ਜਿਹੜੇ ਜਗਿਆਸੂ ਨੇ ਉਹ ਭਾਵਨਾ ਦੇ ਨਾਲ ਤੀਰਥਾਂ ਦੇ ਦਰਸ਼ਨਾਂ ਵਾਸਤੇ ਆਉਂਦੇ ਨੇ। ਪਰ ਜਿੱਥੇ ਭਾਵਨਾ ਵਾਲੇ ਆਉਂਦੇ ਨੇ ਉੱਥੇ ਫਿਰ ਕੁਝ ਐਸੇ ਪਾਪੀ ਲੋਕ ਵੀ ਚੱਲ ਕੇ ਆ ਜਾਂਦੇ ਨੇ, ਕਿਉਂਕਿ ਤੀਰਥਾਂ ਦੇ ਉੱਤੇ ਇਕੱਠ ਬਹੁਤਾ ਹੁੰਦਾ ਹੈ। ਤੇ ਕੁਝ ਐਸੇ ਪਾਪੀ ਲੋਕ ਵੀ ਚਾਹੁੰਦੇ ਹਨ ਕਿ ਅਸੀਂ ਵੀ ਜਾ ਕੇ ਲਾਹਾ ਲਈਏ। ਉਹ ਲਾਹਾ ਨਾਮ ਦਾ ਨਹੀਂ, ਉਹ ਲਾਹਾ ਸੰਗਤ ਦਾ ਨਹੀਂ, ਉਹ ਲਾਹਾ ਸੇਵਾ ਦਾ ਨਹੀਂ ਲੈਣਾ ਚਾਹੁੰਦੇ। ਉਹ ਲਾਹਾ ਇਸ ਤਰ੍ਹਾਂ ਦਾ ਲੈਂਦੇ ਨੇ ਕਿ ਆਪਾਂ ਇਹਨਾਂ ਪਾਸੋਂ ਕੁਝ ਮਾਇਆ ਬਟੋਰ ਲਈਏ। ਚਲੋ ਜਿਹੜੇ ਤਾਂ ਦਸਾਂ ਨੌਹਾਂ ਦੀ ਕਿਰਤ ਕਰਦੇ ਨੇ ਉਹ ਤਾਂ ਆਪਣੀ ਧਰਮ ਦੀ ਕਮਾਈ ਕਰ ਰਹੇ ਨੇ, ਪਰ ਕੁਝ ਐਸੇ ਲੋਕ ਵੀ ਨੇ ਜਿਹੜੇ ਦੂਰ ਦੁਰਾੜਿਓਂ ਚੱਲ ਕੇ ਆਈਆਂ ਸੰਗਤਾਂ, ਚੱਲ ਕੇ ਆਏ ਜਗਿਆਸੂਆਂ ਤੋਂ ਬਹੁਤਾ ਲਾਹਾ ਖੱਟਦੇ ਨੇ। ਜਿਸ ਤਰ੍ਹਾਂ ਆਪਾਂ ਨੂੰ ਨੇੜੇ ਕੁਝ ਕਾਰੋਬਾਰੀ ਮਿਲ ਜਾਣਗੇ ਇਸ ਤਰ੍ਹਾਂ ਦੇ ਕਿ ਵਸਤੂ ਬਹੁਤ ਘੱਟ ਰਕਮ ਦੀ ਹੋਵੇਗੀ, ਪਰ ਉਹਦੇ ਵਿੱਚੋਂ ਬਹੁਤਾ ਮੁਨਾਫਾ ਖੱਟਣ ਵਾਸਤੇ ਉਹ ਜਿਹੜੇ ਆਏ ਹੋਏ ਯਾਤਰੂਆਂ ਨੂੰ ਲੁੱਟਦੇ ਹਨ। ਉਹ ਪ੍ਰਤੱਖ ਹੀ
ਹਿੰਸਾ ਕਰ ਰਹੇ ਹਨ। ਪਰਾਇਆ ਹੱਕ ਕਿਸੇ ਦਾ ਖਾਣਾ ਇਹ ਵੀ ਇੱਕ ਹੱਤਿਆ ਹੈ। ਚਲੋ ਜਿਹੜੀ ਕਮਾਈ ਲੱਗੀ ਉਹਦੇ ਨਾਲ ਕੁਝ ਮੁਨਾਫਾ ਖੱਟਣ ਵਾਸਤੇ ਕੁਝ ਪੈਸੇ ਵੱਧ ਲਾਏ, ਉਹ ਵੱਖਰੀ ਗੱਲ, ਪਰ ਬਹੁਤ ਘੱਟ ਰਕਮ ਦੀ ਵਸਤੂ ਹੋਣੀ ਤੇ ਬਹੁਤੀ ਜ਼ਿਆਦਾ ਮਾਇਆ ਉਹਦੀ ਮੰਗ ਲੈਣੀ, ਪਰਾਇਆ ਹੱਕ ਖਾਣਾ ਹੈ। ਇਹ ਸਿੱਖਾਂ ਨੇ ਸਵਾਲ ਕੀਤਾ। ਇੱਕ ਤਾਂ ਇਹ ਹੋਇਆ ਹੱਤਿਆ ਕਰਨੀ, ਇੱਕ ਕਰੋਧੀ ਲੋਕ ਹਨ, ਇੱਕ ਹਥਿਆਰੇ ਲੋਕ ਨੇ, ਇੱਕ ਤੀਰਥਾਂ ਦੇ ਉੱਤੇ ਆ ਕੇ ਬਿਭਚਾਰੀ ਵੀ ਬਣਦੇ ਹਨ, ਜਿਨ੍ਹਾਂ ਬਾਰੇ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਦੋਏ ਪਾ ਚੜ੍ਹੀਅਸ ਹੋਰ। ਆਏ ਤਾਂ ਤੀਰਥ ਨਹਾਉਣ ਵਾਸਤੇ ਸੀ, ਨਹਾਵਣ ਚੱਲੇ ਤੀਰਥੀ, ਮਨ ਖੋਟਾ ਤਨ ਚੋਰ। ਤਨ ਤਾਂ ਚੋਰ ਹੈ ਤੇ ਮਨ ਵਿੱਚ ਖੋਟ ਹੈ, ਤੇ ਫਿਰ ਤੀਰਥ ਦੇ ਉੱਤੇ ਲੈਣ ਕੀ ਆਏ? ਆਏ ਤਾਂ ਕੁਝ ਪ੍ਰਾਪਤ ਕਰਨ ਵਾਸਤੇ ਸੀ ਕਿ ਸਾਡਾ ਅੰਤਸ਼ਕਰਨ ਸ਼ੁੱਧ ਹੋ ਜਾਵੇ, ਤੇ ਅੰਤਸ਼ਕਰਨ ਸ਼ੁੱਧ ਹੋਣ ਦੇ ਨਾਲ ਸਾਡੇ ਸਰੀਰ ਦੀ ਪਵਿੱਤਰਤਾ ਹੋ ਜਾਵੇ, ਅਸੀਂ ਤਨ ਮਨ ਕਰਕੇ ਪਵਿੱਤਰ ਹੋ ਜਾਈਏ। ਇਹ ਭਾਵ ਹੁੰਦਾ ਕਿਸੇ ਤੀਰਥ ਸਥਾਨ ਦੇ ਉੱਤੇ ਆਉਣ ਦਾ। ਪਰ ਤੀਰਥ ਸਥਾਨ ਉੱਤੇ ਆ ਕੇ ਯਾਤਰੂਆਂ ਨੂੰ ਲੁੱਟਣਾ, ਜਗਿਆਸੂਆਂ ਤੋਂ ਬਹੁਤਾ ਮੁਨਾਫਾ ਖੱਟਣਾ, ਇੰਜ ਕਹਿ ਲਓ ਕਿ ਸਿੱਧੀ ਸਿੱਧੀ ਚੋਰੀ ਕਰਨੀ। ਕੋਈ 2000 ਦੀ ਵਸਤੂ 20,000 'ਚ ਵੇਚੀ ਜਾਣੀ, 200 ਦੀ ਵਸਤੂ 4-4 ਹਜ਼ਾਰ 'ਚ ਵੇਚੀ ਜਾਣੀ। ਇਹ ਸ਼ਰੇਆਮ ਜਗਿਆਸੂਆਂ ਦੀ ਲੁੱਟ ਕਰਨੀ, ਇਹ ਵੀ ਇੱਕ ਹੱਤਿਆ ਹੈ। ਹੁਣ ਮਹਾਰਾਜ ਪਿਛਲੇ ਪ੍ਰਸੰਗ ਵਿੱਚ ਤਾਂ ਦੱਸ ਰਹੇ ਸਨ ਕਿ ਇਸ ਅਸਥਾਨ ਦਾ ਬਹੁਤ ਵੱਡਾ ਮਹਾਤਮ ਹੈ ਜੇ ਕੋਈ ਭਾਵਨਾ ਦੇ ਨਾਲ ਦਰਸ਼ਨ ਇਸ਼ਨਾਨ ਕਰੇ। ਪਰ ਕੁਝ ਜਗਿਆਸੂ ਬੈਠੇ ਸਨ, ਉਹਨਾਂ ਸਵਾਲ ਕੀਤਾ, ਮਹਾਰਾਜ ਸਾਨੂੰ ਇਹ ਵੀ ਦੱਸੋ ਕਿ ਇੱਥੇ ਕੁਝ ਤਾਮਸੀ ਬਿਰਤੀ ਵਾਲੇ ਲੋਕ ਵੀ ਰਹਿੰਦੇ ਨੇ, ਉਹਨਾਂ ਬਾਰੇ ਦੱਸੋ ਕਿ ਜਿਹੜੇ ਤਾਮਸੀ ਬਿਰਤੀ ਵਾਲੇ ਲੋਕ ਹਨ, ਬਸੇ ਤਾਮਸੀ ਇਹਾਂ ਜੇ ਪ੍ਰਾਨੀ, ਜਿਹੜੇ ਉਹ ਪਾਪੀ ਲੋਕ ਇੱਥੇ ਵੱਸਦੇ ਨੇ, ਜਿਹੜੇ ਹੰਕਾਰੀ ਹਨ, ਪਾਪੀ ਹਨ, ਪਾਪ ਕਰਨ ਵਾਲੇ ਇੱਥੇ ਰਹਿੰਦੇ ਹਨ। ਕਰਹਿ ਪਾਪ ਨਹਿ ਅਦਬ ਰਖੰਤੇ। ਮਹਾਰਾਜ ਉਹ ਆਪ ਜੀ ਦੇ ਅਸਥਾਨ ਦਾ ਅਦਬ ਨਹੀਂ ਰੱਖਦੇ, ਕਿਉਂਕਿ ਪਾਪ ਤਾਂ ਉਦੋਂ ਕਰਦਾ ਹੈ ਨਾ ਜਦੋਂ ਅਸਥਾਨ ਦਾ ਅਦਬ ਉਹਦੇ ਅੰਦਰੋਂ ਨਿਕਲ ਜਾਵੇ। ਇੱਕ ਤਾਂ ਅਸਥਾਨ ਦੇ ਨਾਲ ਬਹੁਤ ਪ੍ਰੇਮ ਰੱਖਣਾ, ਅਦਬ ਰੱਖਣਾ, ਕਿਤੇ ਸਾਡੇ ਕੋਲੋਂ ਕੋਈ ਪਾਪ ਨਾ ਹੋ ਜਾਵੇ। ਕਿਉਂਕਿ ਜੇ ਤੀਰਥ ਅਸਥਾਨ ਦੀ ਮਹਾਨਤਾ ਹੈ ਨਾ ਕਿ ਇਸ ਅਸਥਾਨ ਦੇ ਉੱਤੇ ਕੋਈ ਇੱਕ ਪੁੰਨ ਕਰੇ ਤੇ 1000 ਪੁੰਨ ਦਾ ਉਹਨੂੰ ਫਲ ਮਿਲਦਾ ਹੈ, ਤੇ ਫਿਰ ਇਸ ਤਰ੍ਹਾਂ ਵੀ ਹੈ ਜਿਹੜਾ ਇੱਕ ਪਾਪ ਕਰੇਗਾ ਉਹਨੂੰ ਫਿਰ 1000 ਪਾਪਾਂ ਦਾ ਫਲ ਵੀ ਜ਼ਰੂਰ ਮਿਲਦਾ ਹੈ। ਇਸ ਲਈ ਸਿੱਖ ਕਹਿੰਦੇ ਨੇ ਮਹਾਰਾਜ, ਜਿਹੜੇ ਇੱਥੇ ਤਾਮਸੀ ਲੋਕ ਰਹਿੰਦੇ ਨੇ, ਜਿਹੜੇ ਇੱਥੇ ਰਹਿ ਕੇ ਲੋਕ ਪਾਪ ਕਰਦੇ ਹਨ, ਸੋ ਕਿਸ ਬਿਦ ਕੀ ਗਤੀ ਲਹੰਤੇ। ਉਹਨਾਂ ਬਾਰੇ ਵੀ ਦੱਸੋ ਕਿ ਉਹਨਾਂ ਦਾ ਹਾਲ ਕੀ ਹੁੰਦਾ ਹੈ। ਇਹ ਤਾਂ ਆਪਾਂ ਸੁਣ ਲਿਆ ਕਿ ਪ੍ਰੇਮੀ ਜਨ ਜਿਹੜੇ ਨੇ ਉਹਨਾਂ ਦੀ ਕਲਿਆਣ ਹੁੰਦੀ ਹੈ, ਪਰ ਮਹਾਰਾਜ ਇਹ ਵੀ ਦੱਸੋ ਜਿਹੜੇ ਪਾਪੀ ਲੋਕ ਇੱਥੇ ਆ ਕੇ ਪਾਪ ਕਰਦੇ ਹਨ, ਉਹਨਾਂ ਦਾ ਹਾਲ ਕੀ ਹੋਵੇਗਾ। ਸ੍ਰੀ ਮੁਖ ਤੇ ਫਰਮਾਵਨ ਕੀ ਨਾ। ਇਹਨਾਂ ਸਿੱਖਾਂ ਪਾਸੋਂ ਇਹ ਬੇਨਤੀ ਸੁਣੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਸੁਣ ਕੇ ਸਤਿਗੁਰੂ ਜੀ ਇਸ ਦਾ ਉੱਤਰ ਦਿੰਦੇ ਹਨ, ਬਸੇ ਨ ਮਹਿਮਾ ਨਹਿ ਮਨ ਚੀਨਾ। ਸਤਿਗੁਰੂ ਜੀ ਕਹਿੰਦੇ ਉਹ ਲੋਕ ਵੀ ਇੱਥੇ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਅਸਥਾਨ ਦੀ ਮਹਿਮਾ ਨਹੀਂ ਹੈ। ਭਾਵ ਇਹ ਸਥਾਨ ਦੀ ਮਹਿਮਾ ਤੇ ਬਹੁਤ ਹੈ, ਜਿਹੜੇ ਅਸਥਾਨ ਦੀ ਮਹਿਮਾ ਤੋਂ ਅਣਜਾਣ ਨੇ। ਅਣਜਾਣ ਵੀ ਇਸ ਤਰ੍ਹਾਂ, ਜਾਣਦੇ ਤਾਂ ਇਹ ਹੈ ਨੇ ਕਿ ਅਸਥਾਨ ਬਹੁਤ ਮਹਾਨ ਹੈ, ਪਰ ਜਾਣ ਬੁੱਝ ਕੇ ਅਣਜਾਣ ਬਣ ਜਾਣਾ ਕਿ ਮੈਨੂੰ ਤਾਂ ਕੁਝ ਪਤਾ ਹੀ ਨਹੀਂ। ਇਸ ਤਰ੍ਹਾਂ ਜਿਹੜੇ ਜਾਣ ਬੁੱਝ ਕੇ ਅਣਜਾਣ ਬਣੇ ਹਨ ਤੇ ਅਸਥਾਨ ਦਾ ਅਦਬ ਨਹੀਂ ਰੱਖਦੇ। ਠਨ ਹੈ ਪਾਪ ਨ ਜਾਣਹਿ ਮੂੜ। ਮੂਰਖ ਜਿਹੜੇ ਅਸਥਾਨ ਦੀ ਮਹਿਮਾ ਨੂੰ ਨਾ ਜਾਣ ਕੇ ਇੱਥੇ ਪਾਪ ਕਰਨਗੇ। ਸੁਨਹਿ ਨ ਸਤ ਨਾਮ ਬਹੁ ਰੂੜ। ਜਿੱਥੇ ਬਹੁਤ ਸੁੰਦਰ ਪਰਮੇਸ਼ਰ ਦੇ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ, ਅੱਠੇ ਪੈਰ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ, ਪਰ ਉਹ ਮੂਰਖ ਜਿਹੜੇ ਹਨ ਨਾਮ ਦਾ ਪ੍ਰਵਾਹ, ਇਸ ਨਾਮ ਨੂੰ ਸਰਵਣ ਨਹੀਂ ਕਰਦੇ, ਕੀਰਤਨ ਨੂੰ, ਕਥਾ ਨੂੰ ਸਰਵਣ ਨਹੀਂ ਕਰਦੇ। ਤ੍ਰਿਗਦ ਜੋਨ ਮਹਿ ਮਰ ਏਠਾਂ ਪਾਵੈ। ਮਹਾਰਾਜ ਕਹਿੰਦੇ ਉਹ ਫਿਰ ਇਸ ਸਥਾਨ ਤੇ ਜਦੋਂ ਮਰਨਗੇ ਨਾ ਤੇ ਫਿਰ ਟੇਢੀਆਂ ਜੂਨਾਂ ਪਾਉਣਗੇ। ਕਿਉਂਕਿ ਜੇ ਅਸਥਾਨ ਦੀ ਮਹਾਨਤਾ ਹੈ, ਜਿਹੜੇ ਅਦਬ ਰੱਖ ਕੇ ਮਹਾਂਪੁਰਖ ਤਾਂ ਇੱਥੋਂ ਤੱਕ ਦੱਸਦੇ ਕਿ ਇੱਥੇ ਇੱਕ ਜਪਜੀ ਸਾਹਿਬ ਦਾ ਪਾਠ ਕੋਈ ਭਾਵਨਾ ਨਾਲ ਕਰੇ ਤੇ 100 ਪਾਠਾਂ ਦਾ ਫਲ ਉਹਦੀ ਝੋਲੀ ਪੈ ਜਾਂਦਾ ਹੈ। ਪਰ ਜੇ ਕੋਈ ਇੱਥੇ ਇੱਕ ਪਾਪ ਕਰੇਗਾ ਤੇ ਫਿਰ 100 ਪਾਪਾਂ ਦਾ ਫਲ ਉਹਦੀ ਝੋਲੀ ਵਿੱਚ ਪੈਂਦਾ ਹੈ। ਇਸ ਕਰਕੇ ਅਸਥਾਨ ਦੀ ਮਹਾਨਤਾ ਨੂੰ ਜਾਣਨਾ ਚਾਹੀਦਾ ਹੈ। ਚਲੋ ਇੱਕ ਤਾਂ ਬੰਦੇ ਕੋਲ ਘਰੇ ਜਾਂ ਬਾਹਰ ਸੁੱਤੇ ਸਿੱਧ ਪਾਪ ਹੋਇਆ, ਪਾਪ ਤਾਂ ਪਾਪ ਹੀ ਹੈ, ਪਰ ਇੱਕ ਏਡੇ ਵੱਡੇ ਤੀਰਥ ਸਥਾਨ ਦੇ ਉੱਤੇ ਆ ਕਰਕੇ ਪਾਪ ਕਰਨਾ, ਇੱਥੇ ਆ ਕਰਕੇ ਧਨ ਚੋਰੀ ਕਰਨਾ, ਜਗਿਆਸੂਆਂ ਨੂੰ ਲੁੱਟਣਾ, ਜਗਿਆਸੂਆਂ ਦੇ ਉੱਤੇ ਜ਼ੁਲਮ ਕਰਨਾ, ਸੋ ਇਹ ਵੱਡੇ ਪਾਪ ਹਨ। ਤੇ ਮਹਾਰਾਜ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਪਾਪ ਇੱਥੇ ਕਰਨਗੇ
ਉਹ ਮਰ ਕੇ ਟੇਢੀਆਂ ਜੂਨਾਂ ਵਿੱਚ ਜਾਣਗੇ। ਕੂਕਰ ਕਾਕ ਭੂੰਡ ਬਣ ਜਾਵਾ। ਫਿਰ ਆ ਜਿਹੜੇ ਕੂਕਰ ਕੁੱਤੇ ਘੁੰਮ ਰਹੇ ਹਨ, ਕਾਕ ਨਾਮ ਹੈ ਕਾਵਾਂ ਦਾ, ਆ ਭੂੰਡ ਬੜੇ ਦੇਖਣ ਨੂੰ ਮਿਲਦੇ ਹਨ ਨੇੜੇ ਨੇੜੇ। ਮਹਾਰਾਜ ਕਹਿੰਦੇ ਫਿਰ ਮਰ ਕੇ ਇਹੋ ਬਣਨਗੇ। ਮੁਖਕ ਸਰਪ ਬਣਹਿ ਅਗ ਭੋਗਾ। ਮੁਖਕ ਨਾਮ ਹੈ ਚੂਹੇ ਦਾ, ਚੂਹੇ ਸੱਪ ਇਸ ਤਰ੍ਹਾਂ ਦੀਆਂ ਟੇਢੀਆਂ ਜੂਨਾਂ ਪਾ ਕਰਕੇ ਬਹੁਤਾ ਫਲ ਪਾਪਾਂ ਦਾ ਭੋਗਣਗੇ। ਪੁਨ ਨਰ ਇਸ ਥਲ ਬਣਹਿ ਅਰੋਗਾ। ਫਿਰ ਮਹਾਰਾਜ ਕਹਿੰਦੇ ਪਾਪਾਂ ਦਾ ਫਲ ਭੋਗ ਕੇ ਇਸੇ ਅਸਥਾਨ ਤੇ ਮਨੁੱਖਾ ਜਨਮ ਲੈਣਗੇ। ਪੁਨ ਭਗਤੀ ਕੋ ਪ੍ਰਾਪਤ ਸੋਏ। ਫਿਰ ਉਹ ਦੁਬਾਰਾ ਮਨੁੱਖਾ ਜਨਮ ਲੈ ਕਰਕੇ ਪਰਮਾਤਮਾ ਦੀ ਭਗਤੀ ਕਰਨਗੇ। ਛੁਟੈ 84 ਗਾਉਣ ਨਾ ਹੋਏ। ਫਿਰ ਗੁਰਦੇਵ ਕਹਿੰਦੇ ਇਸ 84 ਤੋਂ ਛੁੱਟਣਗੇ। ਫਿਰ ਜਨਮ ਮਰਨ ਤੋਂ ਉਹਨਾਂ ਦੀ ਮੁਕਤੀ ਹੋਵੇਗੀ, ਕਲਿਆਣ ਹੋਵੇਗੀ। ਅਸਥਾਨ ਤੇ ਮਹਾਨ ਹੈ ਹੀ, ਜਿਹੜਾ ਇੱਥੇ ਆ ਗਿਆ ਗੁਰਦੇਵ ਕਹਿੰਦੇ ਮੁਕਤ ਤਾਂ ਹੋਵੇਗਾ, ਪਰ ਇੱਕ ਤਾਂ ਜਿਹੜਾ ਪ੍ਰੇਮ ਦੇ ਨਾਲ ਸੇਵਾ ਕਰ ਰਿਹਾ ਉਹਦੀ ਤਾਂ ਕਲਿਆਣ ਹੈ ਹੀ ਹੈ, ਪਰ ਇੱਕ ਜਿਹੜਾ ਇੱਥੇ ਆ ਕਰਕੇ ਅਪਰਾਧ ਕਰ ਰਿਹਾ ਸੀ, ਮਹਾਰਾਜ ਕਹਿੰਦੇ ਉਹ ਪਾਪੀ ਪਾਪਾਂ ਦਾ ਫਲ ਪਾਵੇਗਾ, ਟੇਢੀਆਂ ਜੂਨਾਂ ਭੋਗੇਗਾ ਤੇ ਬਾਅਦ ਵਿੱਚ ਮਨੁੱਖਾ ਜਨਮ ਲੈ ਕੇ ਭਗਤੀ ਕਰੇਗਾ ਤੇ ਫਿਰ ਉਹਦਾ ਛੁਟਕਾਰਾ ਹੋਵੇਗਾ। ਇੰਜ ਮੰਨ ਲਓ ਕਿ ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਜੀਵ ਦਾ ਛੁਟਕਾਰਾ ਹੈ ਹੀ ਨਹੀਂ। ਭਾਵੇਂ ਜਿੰਨੇ ਮਰਜ਼ੀ ਉਹ ਸਿਆਣਾ ਮਨੁੱਖ ਹੈ, ਜਿੰਨੇ ਮਰਜ਼ੀ ਕਰਮ ਕਰਕੇ ਦਿਖਾਵੀ ਜਾਵੇ, ਲੋਕਾਂ ਨੂੰ ਤਨਾੜ ਬਣ ਕੇ ਦਿਖਾਵੇ, ਪਰ ਅਖੀਰ ਇਹਦਾ ਛੁਟਕਾਰਾ ਜੇ ਹੋਣਾ ਹੈ ਤੇ ਸਿਮਰਨ ਭਜਨ ਬੰਦਗੀ ਦੇ ਨਾਲ, ਸੇਵਾ ਦੇ ਨਾਲ ਹੋਣਾ ਹੈ। ਗੁਰਦੇਵ ਕਹਿੰਦੇ ਫਿਰ ਭਗਤੀ ਕਰਕੇ ਇਹ ਮਨੁੱਖਾ ਜਨਮ ਤੋਂ ਛੁਟਕਾਰਾ ਪਾਉਣਗੇ। ਸੁਣ ਸਭ ਸਿੱਖਣ ਸੀਸ ਨਿਵਾਇਓ। ਗੁਰੂ ਸਾਹਿਬ ਤੋਂ ਉਪਦੇਸ਼ ਸੁਣ ਕੇ ਸਿੱਖਾਂ ਨੇ ਮਹਾਰਾਜ ਜੀ ਦੇ ਅੱਗੇ ਆਪਣਾ ਸਿਰ ਨਵਾਇਆ। ਧੰਨ ਗੁਰੂ ਤੀਰਥ ਪ੍ਰਗਟਾਇਓ। ਸਾਰਿਆਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਜੀ ਧੰਨ ਹੋ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਸਾਹਿਬ, ਜਿਨ੍ਹਾਂ ਸਤਿਗੁਰਾਂ ਦੇ ਇੱਥੇ ਮੁਬਾਰਕ ਚਰਨ ਪਏ ਅਤੇ ਸਤਿਗੁਰਾਂ ਨੇ ਵੱਡਾ ਮਹਾਨ ਤੀਰਥ ਪ੍ਰਗਟ ਕੀਤਾ ਹੈ। ਦੋਹਰਾ ਕਾਲੋ ਸੀ ਬੜ ਸੂਰਮਾ, ਕੱਕਾ ਜਿਸ ਕੀ ਜਾਤ। ਇਹ ਸਿੱਖਾਂ ਦੇ ਨਾਮ ਨੇ। ਭਾਈ ਕਾਲੋ ਅਤੇ ਵੱਡਾ ਸੂਰਮਾ ਹੈ ਤੇ ਇਹਨਾਂ ਦੀ ਕੱਕਾ ਜਾਤ ਹੈ। ਸ੍ਰੀ ਅਰਜਨ ਕੋ ਨਮੋਕਾਰ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਭਾਈ ਕਾਲੋ ਜੀ ਨੇ ਆ ਕੇ ਨਮਸਕਾਰ ਕੀਤੀ ਹੈ। ਬੂਝਤ ਭਇਓ ਬਿਰਤਾਂਤ। ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਇਹ ਬਿਰਤਾਂਤ ਪੁੱਛਣ ਲੱਗਾ। ਚੌਪਈ ਮਰਹਿ ਜੁਧ ਮਹਿ ਜੋਦਾ ਜੋਏ। ਮਹਾਰਾਜ ਸਾਨੂੰ ਇਹ ਦੱਸੋ, ਜਿਹੜੇ ਸੂਰਮੇ ਜੰਗ ਦੇ ਮੈਦਾਨ ਵਿੱਚ ਧਰਮ ਯੁੱਧ ਕਰਦਿਆਂ ਮਰਦੇ ਹਨ, ਉਹ ਪਦ ਤਿਸ ਕੋ ਪ੍ਰਾਪਤ ਹੋਏ। ਇਹ ਦੱਸੋ ਕਿ ਜਿਹੜਾ ਯੁੱਧ ਦੇ ਵਿੱਚ ਸੂਰਮਾ ਵੀਰ ਗਤੀ ਨੂੰ ਪਾ ਜਾਂਦਾ ਹੈ, ਉਹਦਾ ਹਾਲ ਕੀ ਹੁੰਦਾ ਹੈ, ਉਹਨੂੰ ਕੀ ਫਲ ਮਿਲਦਾ ਹੈ। ਕਹਾਂ ਜਾਏ ਸੁਖ ਕੇਤਕ ਪਾਵੈ। ਇਹ ਦੱਸੋ ਕਿ ਉਹ ਸੂਰਮਾ ਫਿਰ ਕਿੱਥੇ ਜਾ ਕੇ ਨਿਵਾਸ ਕਰਦਾ ਹੈ। ਸੁਣਿਆ ਕਿ ਸੂਰਮਿਆਂ ਨੂੰ ਬਹੁਤੇ ਸੁੱਖ ਮਿਲਦੇ ਨੇ ਮਰਨ ਤੋਂ ਬਾਅਦ ਵੀ, ਤੇ ਦੱਸੋ ਕਿੱਥੇ ਜਾ ਕੇ ਸੁੱਖ ਪਾਉਂਦੇ ਹਨ। ਸੁਣ ਸ੍ਰੀ ਮੁਖ ਤੇ ਤਾਹੇ ਬਤਾਵੈ। ਭਾਈ ਕਾਲੋ ਵੱਡਾ ਜਿਹੜਾ ਸੂਰਮਾ ਸੀ, ਇਹਦੀ ਬੇਨਤੀ ਨੂੰ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉੱਤਰ ਦਿੱਤਾ ਹੈ। ਧਰਮ ਵੀਰਤਾ ਜਿਸਨੇ ਧਾਰਾ। ਗੁਰਦੇਵ ਕਹਿੰਦੇ ਜਿਨੇ ਧਰਮੀ ਬਣ ਕੇ ਸੂਰਮਤਾਈ ਧਾਰਨ ਕੀਤੀ। ਇੱਕ ਤਾਂ ਹੁੰਦਾ ਇਕੱਲਾ ਸੂਰਮਾ, ਉਹਦੇ ਬਾਰੇ ਵੀ ਅੱਗੇ ਦੱਸਣਗੇ, ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਸਾਹਮਣੇ ਹੋ ਕੇ ਵਾਰ ਕਰਦਾ ਤੇ ਸਾਹਮਣੇ ਹੋ ਕੇ ਵਾਰ ਖਾਂਦਾ ਹੈ। ਭਾਵੇਂ ਯੁੱਧ ਕਰਦਿਆਂ ਕਰਦਿਆਂ ਉਹਦੇ ਪ੍ਰਾਣ ਚਲੇ ਜਾਣ, ਹੱਸੂ ਹੱਸੂ ਉਹ ਆਪਣੇ ਪ੍ਰਾਣ ਵੀ ਦੇ ਦਿੰਦਾ ਹੈ, ਉਹ ਵੀ ਸੂਰਮਾ ਮੰਨਿਆ ਜਾਂਦਾ ਹੈ। ਕਿਉਂਕਿ ਬਹੁਤਾਤ ਗੱਲਾਂ ਕਰਨ ਵਾਲੇ ਤਾਂ ਬਹੁਤ ਦਿਖਦੇ ਨੇ, ਪਰ ਜਦੋਂ ਸਾਹਮਣੇ ਕੋਈ ਸ਼ਸਤਰਧਾਰੀ ਖਲੋ ਜਾਵੇ ਜਾਂ ਸਾਹਮਣੇ ਮੌਤ ਦਿਖੇ ਤੇ ਫਿਰ ਉਹ ਮੈਦਾਨ ਛੱਡ ਕੇ ਭੱਜਦੇ। ਪਰ ਗੁਰੂ ਸਾਹਿਬ ਜੀ ਨੇ ਸਿੱਧੇ ਬਚਨਾਂ 'ਚ ਕਿਹਾ ਹੈ, ਜੋ ਸੂਰਾ ਤੇ ਸਹੀ ਹੋਏ ਮਰਨਾ। ਸੂਰਮਾ ਤੇ ਅਸਲ ਉਹਨੂੰ ਹੀ ਕਿਹਾ ਜਾਂਦਾ ਹੈ ਜਿਹੜਾ ਸਾਹਮਣੇ ਖਲੋ ਕੇ ਵਾਰ ਕਰੇ, ਸਾਹਮਣੇ ਖਾਵੇ, ਭਾਵੇਂ ਉਹ ਵੀਰ ਗਤੀ ਨੂੰ ਪਾ ਜਾਵੇ, ਭਾਵੇਂ ਉਹਦੇ ਪ੍ਰਾਣ ਚਲੇ ਜਾਣ, ਉਹ ਪਰਵਾਹ ਨਹੀਂ ਕਰਦਾ। ਪਰ ਜੋ ਭਾਗਾ ਤੇ ਸਜੋਨੀ ਫਿਰਨਾ, ਜਿਹੜਾ ਮੈਦਾਨ ਛੱਡ ਕੇ ਭੱਜਦਾ ਹੈ, ਮਰਦਾ ਤੇ ਅਖੀਰ ਉਹ ਵੀ ਹੈ, ਪਰ ਉਹ ਜੂਨਾਂ ਵਿੱਚ ਭਟਕਦਾ ਹੈ। ਹੁਣ ਭਾਈ ਕਾਲੋ ਇਹ ਸੂਰਮਾ ਸੀ, ਕਿਉਂਕਿ ਜਿੱਦਾਂ ਦੇ ਜਗਿਆਸੂ ਚੱਲ ਕੇ ਆਉਂਦੇ ਨੇ ਉੱਦਾਂ ਦੀ ਬੇਨਤੀ ਗੁਰੂ ਸਾਹਿਬ ਅੱਗੇ ਕਰਦੇ ਨੇ। ਜੇ ਕੋਈ ਬ੍ਰਾਹਮਣ ਚੱਲ ਕੇ ਆਏ, ਉਹਨਾਂ ਨੇ ਗਿਆਨ ਦੀ ਗੱਲ ਕੀਤੀ ਹੈ। ਭਾਈ ਕਾਲੋ ਜੀ ਇਹ ਸੂਰਮਾ ਸੀ, ਇਹਨੇ ਮਹਾਰਾਜ ਨੂੰ ਆ ਕੇ ਪੁੱਛਿਆ, ਮਹਾਰਾਜ ਦੱਸੋ ਕਿ ਜਿਹੜੇ ਸੂਰਮੇ ਇਹਨਾਂ ਦਾ ਅੰਤ ਹੁੰਦਾ ਹੈ,
ਇਹ ਕਿੱਥੇ ਜਾ ਕੇ ਸੁੱਖ ਪਾਉਂਦੇ ਨੇ, ਕਿਸ ਤਰ੍ਹਾਂ ਇਹਨਾਂ ਨੂੰ ਸੁੱਖ ਮਿਲਦਾ ਹੈ। ਇਹ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉੱਤਰ ਦਿੱਤਾ ਹੈ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਸੁਣੋ, ਜਿਹੜਾ ਧਰਮੀ ਸੂਰਮਾ ਹੈ, ਧਰਮੀ ਸੂਰਮਾ ਕੌਣ ਹੁੰਦਾ ਹੈ, ਜਿਹਦੀ ਵਿਆਖਿਆ, ਜਿਹਦੇ ਬਾਰੇ ਭਗਤ ਜੀ ਨੇ ਬਾਣੀ ਅੰਦਰ ਦਰਸਾਇਆ ਹੈ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਦੀਨ ਨਾਮ ਧਰਮ ਦਾ ਵੀ ਹੈ, ਤੇ ਦੀਨ ਕਿਸੇ ਗਰੀਬ ਦੀ ਖਾਤਰ, ਕਿਉਂਕਿ ਕਿਸੇ ਖਾਤਰ ਆਪਣੇ ਲਈ ਤਾਂ ਮਨੁੱਖ ਲੜ ਵੀ ਲੈਂਦਾ ਹੈ, ਪਰ ਕਿਸੇ ਦੇ ਹੱਕ ਦੀ ਖਾਤਰ, ਕਿਸੇ ਗਰੀਬ ਨੂੰ, ਮਜਲੂਮ ਨੂੰ ਬਚਾਉਣ ਦੀ ਖਾਤਰ ਜਿਹੜਾ ਖਲੋ ਜਾਵੇ ਹਿੱਕ ਤਾਣ ਕੇ, ਉਹ ਵੀ ਭਗਤ ਜੀ ਕਹਿੰਦੇ ਵੱਡਾ ਸੂਰਮਾ ਹੈ। ਕਿਉਂਕਿ ਰਾਜਿਆਂ ਨੇ ਗਰੀਬਾਂ ਦੇ ਉੱਤੇ ਜ਼ੁਲਮ ਕੀਤਾ, ਬਾਬਰ ਵਰਗਿਆਂ ਨੇ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਲੋ ਕੇ ਗਰੀਬਾਂ ਦੀ ਰੱਖਿਆ ਕਰਨ ਵਾਸਤੇ, ਉਹਨਾਂ ਦੀ ਰਿਹਾਈ ਵਾਸਤੇ ਸਤਿਗੁਰਾਂ ਨੇ ਹੱਕ ਤੇ ਸੱਚ ਦਾ ਪਹਿਰਾ ਜਿਹੜਾ ਸੀ ਸਤਿਗੁਰਾਂ ਨੇ ਡਟ ਕੇ ਦਿੱਤਾ। ਇੱਥੋਂ ਤੱਕ ਕਿ ਬਾਬਰ ਨੂੰ ਸਤਿਗੁਰੂ ਜੀ ਨੇ ਜੰਮ ਕਰ ਮੁਗਲ ਚੜਾਇਆ ਵੀ ਕਿਹਾ ਹੈ। ਉਹਨਾਂ ਬਾਰੇ ਗੁਰਦੇਵ ਕਹਿੰਦੇ ਨੇ, ਜੋ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਐਸਾ ਸੂਰਮਾ ਗੁਰਦੇਵ ਕਹਿੰਦੇ ਨੇ ਜਿਹੜਾ ਧਰਮ ਖਾਤਰ ਜੂਝਦਾ ਹੈ। ਅਸਲ ਵਿੱਚ ਸੱਚਖੰਡ ਦਾ ਵਾਸੀ ਵੀ ਉਹੀ ਬਣਦਾ ਹੈ, ਕਿਉਂਕਿ ਜਪਜੀ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 5 ਖੰਡਾਂ ਦਾ ਜ਼ਿਕਰ ਕੀਤਾ ਹੈ, ਪਰ ਉਹਨਾਂ ਖੰਡਾਂ ਵਿੱਚ 5ਵਾਂ ਖੰਡ ਹੈ ਸੱਚਖੰਡ, ਤੇ ਸੱਚਖੰਡ ਦੀ ਪ੍ਰਾਪਤੀ ਉਹ ਕਰਦਾ ਹੈ। ਪਹਿਲਾ ਖੰਡ ਹੈ ਧਰਮਖੰਡ, ਤੇ ਧਰਮਖੰਡ ਜਿਹੜਾ ਹੈ, ਧਰਮੀ ਬੰਦਾ ਜਿਹੜਾ ਹੈ ਉਹ ਗਿਆਨੀ ਬਣਦਾ ਹੈ। ਫਿਰ ਸਰਮਖੰਡ, ਫਿਰ ਕਰਮਖੰਡ ਦੇ ਵਿੱਚ ਜਾ ਕਰਕੇ ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ। ਜਿਹੜੇ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਵਿੱਚ ਅਭੇਦ ਹੋ ਜਾਂਦੇ ਨੇ, ਉਹ ਵੀ ਸੂਰਮੇ ਮੰਨੇ ਹਨ। ਤੇ ਇੱਕ ਉਹ ਵੀ ਸੂਰਮੇ ਹਨ ਜਿਹੜੇ ਧਰਮੀ ਬਣ ਕੇ ਧਰਮ ਯੁੱਧ ਲੜਦੇ ਹਨ। ਤੇ ਕਿਹੜਾ ਕੰਮ ਕਰਨ ਵਾਸਤੇ ਧਰਮ ਕਹਿੰਦਾ ਹੈ, ਜਿਸ ਤਰ੍ਹਾਂ ਬੇਅੰਤ ਹੀ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਜਦੋਂ ਜਰਵਾਣੇ ਭਾਰਤ ਨੂੰ ਲੁੱਟਣ ਵਾਸਤੇ ਆਏ ਤੇ ਭਾਰਤ ਦੀ ਇੱਜ਼ਤ ਵੀ ਲੁੱਟ ਕੇ ਲਿਜਾਂਦੇ ਦੇਖੇ, ਤੇ ਫਿਰ ਬਾਬਿਆਂ ਨੇ ਆਪਣੀਆਂ ਹਿੱਕਾਂ ਡਾਹ ਕੇ ਉਹਨਾਂ ਬੱਚੀਆਂ ਦੀ ਇੱਜ਼ਤ ਆਬਰੂ ਦੀ ਖਾਤਰ ਕਿੰਨੇ ਕਿੰਨੇ ਦਿਨਾਂ ਦੇ ਭੁੱਖੇ ਸਿੰਘ ਸਨ, ਪਰ ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਉੱਥੇ ਹੀ ਪ੍ਰਸ਼ਾਦਾ ਇੱਕ ਪਾਸੇ ਰੱਖ ਕੇ ਉਹਨਾਂ ਬੱਚੀਆਂ ਦੀ ਇੱਜ਼ਤ ਬਚਾਉਣ ਵਾਸਤੇ ਤੁਰ ਪਏ ਕਿ ਮੌਤ ਤਾਂ ਘਰ ਬੈਠਿਆਂ ਵੀ ਆ ਜਾਣੀ, ਮੌਤ ਤਾਂ ਕਿਤੇ ਬਿਮਾਰੀ ਲੱਗ ਕੇ ਵੀ ਆ ਜਾਣੀ ਹੈ, ਪਰ ਕਿਸੇ ਗਰੀਬ ਦੀ ਖਾਤਰ, ਕਿਸੇ ਬੱਚੀ ਦੀ ਇੱਜ਼ਤ ਬਚਾਉਣ ਦੀ ਖਾਤਰ ਆਪਣੀਆਂ ਜਾਨਾਂ ਤੱਕ ਕੁਰਬਾਨ ਕੀਤੀਆਂ। ਇਹ ਵੀ ਧਰਮ ਹੈ, ਜਿਨ੍ਹਾਂ ਨੇ ਧਰਮ ਯੁੱਧ ਕੀਤੇ। ਕਿਉਂਕਿ ਜਿੰਨਾ ਵੀ ਆਪਾਂ ਜੰਗ ਦੇਖ ਲਈਏ ਗੁਰੂ ਸਾਹਿਬਾਨਾਂ ਦੇ, ਕਿਤੇ ਜਰ ਜੋਰੂ ਜ਼ਮੀਨ ਦਾ ਜ਼ਿਕਰ ਨਹੀਂ ਆਉਂਦਾ। ਜੇ ਜੰਗ ਹੋਏ ਹਨ ਤੇ ਧਰਮ ਖਾਤਰ ਹੋਏ ਨੇ। ਇਸ ਲਈ ਮਹਾਰਾਜ ਨੇ ਕਿਹਾ ਕਿ ਜਿਹੜੇ ਧਰਮੀ ਸੂਰਮੇ ਬਣਦੇ ਹਨ, ਪਹਿਲਾਂ ਧਰਮੀ ਹਨ ਤੇ ਫਿਰ ਉਹ ਵੱਡੇ ਸੂਰਮੇ ਹਨ। ਨਿਰਭੈ ਰਹਿਣ ਸੰਗਰਾਮ ਮਝਾਰਾ, ਫਿਰ ਉਹ ਜੰਗ ਦੇ ਮੈਦਾਨ ਵਿੱਚ, ਰਣ ਭੂਮੀ ਵਿੱਚ ਨਿਰਭੈ ਹੋ ਕਰਕੇ ਵਿਚਰਦੇ। ਇੱਕ ਹੁੰਦਾ ਹੈ ਕਿ ਗੱਲਾਂ ਕਰਨ ਵਾਲੇ ਧਰਮ ਦਾ ਪਹਿਰਾਵਾ ਪਾ ਲੈਣਾ ਤੇ ਫਿਰ ਕਹਿਣਾ ਦੇਖੀ ਜਾਊਗੀ, ਤੇ ਜਦੋਂ ਸਾਹਮਣੇ ਫੌਜਾਂ ਦਿਸਣੀਆਂ ਤੇ ਫਿਰ ਆਪਣੀ ਜਾਨ ਬਚਾਉਣ ਵਾਸਤੇ ਪਿਛਾਂਹ ਨੂੰ ਪੈਰ ਪੁੱਟਣਾ। ਉਹਨੂੰ ਭਗਤ ਜੀ ਨੇ ਸੂਰਮਾ ਨਹੀਂ ਕਿਹਾ, ਉਹਨੂੰ ਬਾਣੀ ਵਿੱਚ ਸੂਰਮਾ ਨਹੀਂ ਕਿਹਾ। ਜੋ ਭਾਗੈ ਤੇ ਸਜੋਨੀ ਫਿਰਨਾ, ਕਿ ਮਰਨਾ ਤੇ ਤੂੰ ਹੈ ਹੀ ਹੈ। ਇਹ ਰਣ ਭੂਮੀ ਛੱਡ ਕੇ ਭੱਜਣ ਲੱਗਾ, ਅਖੀਰ ਤੂੰ ਜੂਨਾਂ ਵਿੱਚ ਭਟਕੇਂਗਾ, ਮਰੇਂਗਾ, ਮਰਨ ਤੋਂ ਬਾਅਦ ਜੂਨਾਂ 'ਚ ਪਾਏਂਗਾ। ਪਰ ਜਿਹੜੇ ਧਰਮੀ ਸੂਰਮੇ ਹਨ, ਧਰਮ ਦੀ ਖਾਤਰ ਆਪਾ ਕੁਰਬਾਨ ਕਰਦੇ ਹਨ, ਉਹਨਾਂ ਨੂੰ ਕਿਸ ਤਰ੍ਹਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜੀਤਿਓ ਸ਼ਤਰੂ ਚਹਿਤ ਚਿਤ ਮਰਿਓ, ਮਹਾਰਾਜ ਕਹਿੰਦੇ ਰਣ ਭੂਮੀ ਵਿੱਚ ਜਾ ਕਰਕੇ ਬੇਖੌਫ ਹੋ ਕਰਕੇ ਵੈਰੀ ਦੇ ਸਾਹਮਣੇ ਖਲੋ ਜਾਂਦੇ ਨੇ। ਫਿਰ ਚਾਹੁੰਦੇ ਹਨ ਵੈਰੀ ਨਾਲ 2 ਹੱਥ ਕਰਕੇ ਉਸ ਨੂੰ ਜਿੱਤਣਾ। ਤੇ ਗੁਰੂ ਕਲਗੀਧਰ ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਦੇਹ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋਂ ਜਬ ਜਾਹਿ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ। ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੀ ਇਹ ਹੈ ਕਿ ਖਾਲਸਾ ਹਮੇਸ਼ਾ ਨਿਸ਼ਚੇ ਕਰਕੇ ਆਪਣੀ ਜਿੱਤ ਨੂੰ ਪ੍ਰਾਪਤ ਕਰ ਲੈਂਦਾ ਹੈ। ਨਿਸ਼ਚਾ ਰਣ ਭੂਮੀ ਵਿੱਚ ਜਾ ਕਰਕੇ ਮਾਰੇ ਜਾਣਾ, ਇਹ ਤਾਂ ਇੱਕ ਆਮ ਗੱਲ ਹੈ ਕਿ ਜਦੋਂ ਆਪਾਂ ਜੰਗ ਦੇ ਮੈਦਾਨ ਵਿੱਚ ਗਏ
ਇੱਕ ਨਾ ਇੱਕ ਦੇ ਉੱਤੇ ਵਾਰ ਹੋ ਕਰਕੇ ਖਤਮ ਤਾਂ ਹੋਣਾ ਹੀ ਹੈ, ਪਰ ਉਹ ਵੀ ਸੂਰਮਾ ਹੈ ਜਿਹੜਾ ਅਨੇਕਾਂ ਵੈਰੀਆਂ ਦੇ ਅੱਗੇ ਛਾਤੀ ਤਾਣ ਕੇ ਹਿੱਕ ਤਾਣ ਕੇ ਖਲੋ ਜਾਵੇ। ਜਿਸ ਤਰ੍ਹਾਂ ਆਪਾਂ ਸਾਰਾਗੜੀ ਦਾ ਯੁੱਧ ਦੇਖਦੇ ਹਾਂ, ਕੇਵਲ 21 ਸਿੰਘ ਇੱਕ ਪਾਸੇ ਨੇ ਤੇ 10,000 ਜਿਹੜੇ ਅਫਗਾਨੀ ਨੇ ਉਹ ਇੱਕ ਪਾਸੇ ਨੇ। ਫਿਰ ਉਹਨਾਂ ਅਫਗਾਨੀਆਂ ਨੇ ਇਹ ਵੀ ਗੱਲ ਕਹੀ ਸੀ, ਕਹਿਣ ਲੱਗੇ ਕਿ ਸਾਡਾ ਤੁਹਾਡੇ ਨਾਲ ਕੋਈ ਜੰਗ ਨਹੀਂ ਹੈ, ਸਾਡੀ ਲੜਾਈ ਕੇਵਲ ਅੰਗਰੇਜ਼ੀ ਹਕੂਮਤ ਦੇ ਨਾਲ ਹੈ, ਤੁਸੀਂ ਆਪਣੀਆਂ ਜਾਨਾਂ ਬਚਾ ਕਰਕੇ ਇੱਥੋਂ ਚਲੇ ਜਾਓ। ਉਸ ਵੇਲੇ ਸਿੰਘਾਂ ਨੇ ਜਵਾਬ ਹੀ ਇਹ ਦਿੱਤਾ ਸੀ, ਕਹਿਣ ਲੱਗੇ ਕਿ ਅਸੀਂ ਇਹ ਹਕੂਮਤ ਖਾਤਰ ਨਹੀਂ ਲੜ ਰਹੇ, ਅਸੀਂ ਲੜ ਰਹੇ ਹਾਂ ਕਿ ਇਹ ਧਰਤੀ ਸਾਡੇ ਬਾਬਿਆਂ ਦੀ ਜਿੱਤੀ ਹੋਈ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੇ ਨਿਸ਼ਾਨ ਝੁਲਾਏ, ਅਸੀਂ ਉਹ ਨਿਸ਼ਾਨ ਸਾਹਿਬ ਦੀ ਖਾਤਰ ਲੜਨ ਨੂੰ ਤਿਆਰ ਹਾਂ, ਅਸੀਂ ਦਸਤਾਰ ਦੀ ਖਾਤਰ ਲੜਨ ਨੂੰ ਤਿਆਰ ਹਾਂ। ਸਾਡੇ ਅੰਦਰ ਗੁਰੂ ਕਲਗੀਧਰ ਸਾਹਿਬ ਜੀ ਦੇ ਪਾਏ ਹੋਏ ਅੰਮ੍ਰਿਤ ਦੇ ਘੁੱਟ ਗਏ ਹਨ, ਅਸੀਂ ਉਸ ਅੰਮ੍ਰਿਤ ਦੀ ਖਾਤਰ ਉਸ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ ਤੁਹਾਡੇ ਨਾਲ ਦੋ ਹੱਥ ਕਰਨ ਨੂੰ ਤਿਆਰ। ਉਹ 10,000 ਪਠਾਣਾਂ ਦੇ ਅੱਗੇ ਬੜੀ ਬਹਾਦਰੀ ਦੇ ਨਾਲ 21 ਸੂਰਬੀਰ ਯੋਧਿਆਂ ਨੇ ਡਟ ਕੇ ਮੁਕਾਬਲਾ ਕੀਤਾ। ਭਾਵੇਂ ਉਹ ਜੰਗ ਦੇ ਮੈਦਾਨ ਵਿੱਚ ਅਖੀਰ ਮਾਰੇ ਗਏ, ਪਰ ਅੱਜ ਵੀ ਜਿਹੜੀ ਬ੍ਰਿਟਿਸ਼ ਗੌਰਮੈਂਟ ਹੈ, ਜਦੋਂ ਸਾਰਾਗੜੀ ਦਿਵਸ ਮਨਾਇਆ ਜਾਂਦਾ ਹੈ ਤੇ ਉਹਨਾਂ 21 ਸੂਰਬੀਰ ਯੋਧਿਆਂ ਨੂੰ ਅੱਜ ਵੀ ਉਹ ਸਲਾਮੀ ਕੀਤੀ ਜਾਂਦੀ ਹੈ, ਸਿਰ ਝੁਕਦੇ ਨੇ ਅੱਜ ਉਹ ਅੰਗਰੇਜ਼ੀ ਹਕੂਮਤ ਦੇ ਦੁਨੀਆ ਵਿੱਚ ਸਾਰਿਆਂ ਕਿ ਇੰਨੀ ਬਹਾਦਰੀ ਦੇ ਨਾਲ ਉਹਨਾਂ ਨੇ ਵੀਰ ਗਤੀ ਨੂੰ ਪ੍ਰਾਪਤ ਕੀਤਾ ਹੈ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਰਣ ਭੂਮੀ ਦੇ ਵਿੱਚ ਜਾ ਕਰਕੇ ਵੈਰੀ ਦੇ ਸਾਹਮਣੇ ਬੇਖੌਫ ਹੋ ਕਰਕੇ ਖਲੋ ਜਾਣਾ ਤੇ ਫਿਰ ਉਹਦੇ ਨਾਲ ਵੈਰੀ ਨਾਲ ਦੋ ਹੱਥ ਕਰਨੇ, ਨਿਸ਼ਚੇ ਕਰਕੇ ਆਪਣੀ ਜਿੱਤ ਮੰਨਣੀ ਕਿ ਮੈਂ ਇਸ ਵਿੱਚੋਂ ਜਿੱਤ ਪ੍ਰਾਪਤ ਕਰਨੀ ਹੈ। ਮਰਤ ਜੇ ਸਤਨਾਮ ਉਰ ਧਰਿਓ। ਫਿਰ ਗੁਰਦੇਵ ਕਹਿੰਦੇ ਨੇ ਜੰਗ ਕਰਦਿਆਂ ਕਰਦਿਆਂ ਧਰਮੀ ਬੰਦਾ ਜਦੋਂ ਰਣ ਭੂਮੀ ਦੇ ਵਿੱਚ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾ ਕੇ ਜੰਗ ਕਰਦਾ ਕਰਦਾ ਉੱਥੇ ਭਾਵੇਂ ਵੀਰ ਗਤੀ ਨੂੰ ਪਾ ਜਾਂਦਾ ਹੈ। ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰ। ਆਪਣੇ ਚਿੱਤ ਦੇ ਵਿੱਚ ਗੁਰੂ ਗੁਰੂ, ਕਿਉਂਕਿ ਭਾਈ ਰਣਧੀਰ ਸਿੰਘ ਜੀ ਲਿਖਦੇ ਨੇ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਇਹਨਾਂ ਦੀ ਇੰਨੀ ਕਮਾਈ ਸੀ, ਉਹ ਲਿਖਦੇ ਹਨ ਕਿ ਜਿਹਦੇ ਸਿਰ ਦੇ ਉੱਤੇ ਵੀ ਖੰਡੇ ਦਾ ਵਾਰ ਕਰਦੇ ਸੀ ਉਹਦੇ ਅੰਦਰ ਵੀ ਇੱਕ ਵਾਰੀ ਨਾਮ ਦੀ ਝਰਨਾਟ ਚਲਾ ਦਿੰਦੇ ਸਨ ਕਿ ਉਹਨਾਂ ਦੇ ਅੰਦਰ ਸਿਮਰਨ ਦਾ ਪ੍ਰਵਾਹ ਇੰਨਾ ਚੱਲ ਰਿਹਾ ਸੀ। ਇਹ ਸਿਮਰਨ ਦੀ ਤਾਕਤ ਤਾਂ ਹੈ ਕਿ ਜਿਹੜੇ ਇਕੱਲੇ ਸੂਰਮੇ ਸਨ ਉਹਨਾਂ ਦੇ ਸਿਰ ਉਤਰੇ ਪਰਤ ਕੇ ਉੱਠੇ ਨਾ। ਇਹ ਸਿਮਰਨ ਦੀ ਤਾਕਤ ਸੀ। ਜਿਹੜਾ ਸੰਤ ਸੀ, ਜਿਹੜਾ ਧਰਮੀ ਸੂਰਮਾ ਸੀ, ਉਹ ਆਪਣੀ ਸਿਰ ਨੂੰ ਖੱਬੀ ਤਲੀ ਤੇ ਧਰ ਕੇ ਤੇ ਅੱਗੇ ਵੈਰੀਆਂ ਦੇ ਆਉ ਲਾਉਂਦਾ ਹੋਇਆ ਤੁਰ ਪਿਆ। ਇਸ ਲਈ ਗੁਰਦੇਵ ਕਹਿੰਦੇ ਹਨ ਉਹ ਸੂਰਮਾ ਫਿਰ ਮਰਤ ਜੇ ਸਤਨਾਮ ਉਰ ਧਰਿਓ। ਰਣ ਭੂਮੀ ਦੇ ਵਿੱਚ ਸ਼ਹੀਦੀ ਪਾਉਂਦਾ ਹੈ, ਪਰ ਹਿਰਦੇ ਵਿੱਚ ਉਹਦੇ ਸਤਨਾਮ ਦਾ ਸਿਮਰਨ ਚੱਲ ਰਿਹਾ ਹੁੰਦਾ ਹੈ। ਸਿਮਰਨ ਕਰਦਿਆਂ ਕਰਦਿਆਂ ਵੀਰ ਗਤੀ ਨੂੰ ਪਾ ਜਾਂਦਾ ਹੈ। ਪ੍ਰਾਪਤ ਹੋਤ ਪਰਮਗਤ ਸੋਏ। ਫਿਰ ਉਸ ਸੂਰਮੇ ਨੂੰ ਪਰਮ ਗਤੀ ਪ੍ਰਾਪਤ ਹੁੰਦੀ ਹੈ। ਇੰਜ ਕਹਿ ਲਓ ਕਿ ਉਹਦੀ ਕਲਿਆਣ ਹੋ ਜਾਂਦੀ ਹੈ, ਉਹ ਗੁਰਪੁਰ ਵਾਸੀ ਬਣਦਾ ਹੈ, ਸੱਚਖੰਡ ਦਾ ਵਾਸੀ ਬਣਦਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿੰਦੇ ਹਨ ਕਿ ਉਹ ਸੱਚਖੰਡ ਵਿੱਚ ਪਹੁੰਚਦੇ ਹਨ ਜਿਹੜੇ ਧਰਮੀ ਸੂਰਮੇ ਹਨ। ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨ ਕਥਨੇ ਜਾਹੇ, ਨਾ ਹੋਇ ਮਰੇ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੈ ਲੋਕ ਕਰਹਿ, ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਮਹਾਰਾਜ ਕਹਿੰਦੇ ਸੱਚਖੰਡ ਦੀ ਭੂਮਿਕਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਧਰਮੀ ਨੇ, ਜਿਹੜੇ ਗਿਆਨਵਾਨ ਨੇ। ਫਿਰ ਉਹ ਸੂਰਮੇ ਸੱਚਖੰਡ ਦੇ ਵਾਸੀ ਬਣਦੇ ਹਨ। ਜਨਮ ਜਨਮ ਕੇ ਪਾਪਨ ਖੋਏ। ਉਹਨਾਂ ਸੂਰਮਿਆਂ ਦੇ ਜਨਮਾਂ ਜਨਮਾਂਤਰਾਂ ਦੇ ਪਾਪ ਖੋਏ ਨਾਸ ਹੋ ਜਾਂਦੇ। ਅਨੇਕਾਂ ਜਨਮਾਂ ਵਿੱਚ ਕਈ ਪਾਪ ਕੀਤੇ, ਉਹਨਾਂ ਪਾਪਾਂ ਦੇ ਸੰਸਕਾਰਾਂ ਕਰਕੇ ਹਲੇ ਵੀ ਮਨ ਪਾਪੀ। ਬੜਾ ਯਤਨ ਕਰੀਦਾ ਹੈ ਧਰਮੀ ਬਣਨ ਦਾ। ਕਈ ਵਾਰੀ ਸੰਗਤ ਕਰਦਿਆਂ, ਧਰਮ ਦੇ ਕਰਮ ਕਰਦਿਆਂ ਉਹ ਪਾਪ ਬਾਰ-ਬਾਰ ਅੱਗੇ ਆਉਂਦੇ, ਪਰ ਜਿਹੜੇ ਤਾਂ ਮਨ ਦੇ ਸੂਰਮੇ ਨੇ, ਮਨ ਜੇਤੂ ਨੇ, ਉਹ ਇਹਨਾਂ ਮਾੜੇ ਖਿਆਲਾਂ ਨੂੰ ਪਛਾੜ ਕੇ ਸੁੱਟਦੇ ਹਨ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ ਕਿ ਗੁਰੂ ਨੇ ਜਦੋਂ ਮੇਰੇ ਪਿੱਠ ਦੇ ਉੱਤੇ ਹੱਥ ਰੱਖਿਆ
ਤੇ ਜਿਹੜੇ ਪੰਜੇ ਵਕਾਰ ਸਨ ਉਹਨਾਂ ਨੂੰ ਮੈਂ ਹਰਾ ਦਿੱਤਾ। ਗੁਰ ਥਾਪੀ ਦਿੱਤੀ ਕੰਡ ਜੀਓ। ਪਰ ਜਿਹੜੇ ਸੂਰਮੇ ਨਹੀਂ ਹਨ, ਜਿਹੜੇ ਮਨ ਦੇ ਅਧੀਨ ਨੇ, ਉਹਨਾਂ ਉੱਤੇ ਵਕਾਰ ਭਾਰੂ ਹੋ ਜਾਂਦੇ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਵੱਡੇ ਸੂਰਮੇ ਨੇ, ਅੰਤ ਉਹਨਾਂ ਦੀ ਕਲਿਆਣ ਹੁੰਦੀ ਹੈ, ਉਹ ਮੁਕਤ ਹੁੰਦੇ ਹਨ। ਬਿਨ ਸਿਮਰਨ ਰਿਸ ਰਿਪ ਪਰ ਧਾਰ। ਫਿਰ ਸਿਮਰਨ ਬਿਨ ਸਿਮਰਨ ਰਿਸ ਰਿਪ ਪਰ ਧਾਰ। ਹੁਣ ਦੂਜੇ ਸੂਰਮੇ ਨੇ ਜਿਹੜੇ ਸਿਮਰਨ ਨਹੀਂ ਸੀ ਕਰਦੇ, ਜਿਹੜੇ ਭਗਤੀ ਨਹੀਂ ਸੀ ਕਰਦੇ, ਪਰ ਹੈ ਸੂਰਮੇ ਸਨ। ਉਹ ਇਕੱਲੇ ਸੂਰਮੇ, ਇੱਕ ਧਰਮੀ ਸੂਰਮਾ ਜਿਨ੍ਹਾਂ ਦੀ ਗੱਲ ਆਪਾਂ ਉੱਤੇ ਸਰਵਣ ਕੀਤੀ ਹੈ, ਅੰਤ ਨੂੰ ਉਹ ਪਰਮ ਗਤੀ ਪਾ ਜਾਂਦੇ ਨੇ, ਜਨਮ ਜਨਮਾਂ ਦੇ ਪਾਪਾਂ ਦੀ ਨਿਵਰਤੀ ਹੋ ਜਾਂਦੀ। ਹੁਣ ਦੂਜੇ ਸੂਰਮੇ ਨੇ ਜਿਨ੍ਹਾਂ ਨੇ ਸਿਮਰਨ ਨਹੀਂ ਸੀ ਕੀਤਾ, ਪਰ ਹੈਗੇ ਉਹ ਸੂਰਮੇ ਹਨ। ਮਾਰ ਮਾਰ ਮੁਖ ਕਰਤੇ ਉਚਾਰ। ਰਣ ਭੂਮੀ ਵਿੱਚ ਜਾ ਕਰਕੇ ਬੜੇ ਚਾਵਾਂ ਦੇ ਨਾਲ ਮਾਰ ਲਓ ਕਰਕੇ ਅਗਾਂਹ ਨੂੰ ਵੱਧਦੇ ਹਨ। ਬਿਨਾ ਤਰਾਸ ਤੇ ਤਨ ਤਜ ਦੇਤ। ਫਿਰ ਬਿਨਾਂ ਤਰਾਸ ਬਿਨਾਂ ਡਰ ਤੋਂ ਰਣ ਭੂਮੀ ਵਿੱਚ ਆਪਣੇ ਸਰੀਰ ਨੂੰ ਤਿਆਗ ਦਿੰਦੇ ਨੇ। ਹੱਥ ਹੱਥ ਸ਼ਸਤਰ ਪਰਹਿ ਰਣ ਖੇਤ। ਮਾਰ ਮਾਰ ਕੇ ਵੈਰੀਆਂ ਦੇ ਉੱਤੇ ਸ਼ਸਤਰਾਂ ਦੇ ਵਾਰ, ਤੇ ਫਿਰ ਆਪ ਰਣ ਭੂਮੀ ਵਿੱਚ ਵੀਰ ਗਤੀ ਪਾ ਜਾਂਦੇ ਹਨ। ਜੋਗੀ ਸਮ ਭੇਦੇ ਰਬ ਮੰਡਲ। ਹਾਂ, ਉਹਨਾਂ ਨੂੰ ਕੀ ਪ੍ਰਾਪਤੀ ਹੁੰਦੀ ਹੈ? ਜਿਸ ਤਰ੍ਹਾਂ ਜੋਗੀ ਅਭਿਆਸ ਕਰਕੇ ਸੂਰਜ ਮੰਡਲ ਨੂੰ ਵਿੰਨ ਜਾਂਦਾ ਹੈ। ਗੁਣ ਪਹੁੰਚੈ ਜੈ ਬਸੈ ਅਖੰਡਲ। ਸੂਰਜ ਮੰਡਲ ਤੋਂ ਉੱਪਰ ਅਖੰਡਲ, ਜਿੱਥੇ ਇੰਦਰ ਦਾ ਵਾਸਾ ਹੈ, ਜਿਹੜੀ ਸਵਰਗਪੁਰੀ ਮੰਨੀ ਹੈ, ਉੱਥੇ ਨਿਵਾਸ ਰੱਖਦਾ ਹੈ। ਇਹ ਉਹ ਸੂਰਮਾ ਜਿਹੜਾ ਕੱਲਾ ਸੂਰਮਾ ਸੀ, ਜਿਹਨੇ ਸਿਮਰਨ ਭਜਨ ਭਗਤੀ ਨਹੀਂ ਕੀਤੀ, ਪਰ ਫਿਰ ਵੀ ਸੂਰਮੇ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਇਹ ਸਨਾਤਨ ਮੱਤ ਦੇ ਵਿੱਚ ਸਵਰਗਾਂ ਦਾ ਕਈ ਵਾਰੀ ਜ਼ਿਕਰ ਆਉਂਦਾ ਹੈ, ਪਰ ਜਿਹੜਾ ਤੇ ਧਰਮੀ ਸੀ, ਸਿਮਰਨ ਕਰਨ ਵਾਲਾ ਸੀ, ਉਹ ਤਾਂ ਪਰਮ ਗਤੀ ਪਾ ਗਿਆ। ਉਹ ਤਾਂ ਪ੍ਰਮਾਤਮਾ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋਇਆ, ਕਿਉਂਕਿ ਸਿਮਰਨ ਕਰਦਿਆਂ ਕਰਦਿਆਂ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੈ ਹਿਰਦੈ ਬਸੈ। ਪਰ ਜਿਹੜਾ ਕੱਲਾ ਸੂਰਮਾ ਸੀ, ਰਣ ਭੂਮੀ ਵਿੱਚ ਗਿਆ, ਕਿਉਂਕਿ ਸੂਰਮਾ ਉਹਨੂੰ ਕਿਹਾ ਜਾਂਦਾ ਹੈ। ਇਹ ਨਹੀਂ ਕਿ 50 ਬੰਦੇ ਇਕੱਠੇ ਹੋ ਕੇ ਇੱਕ ਨੂੰ ਮਾਰਨ ਪੈ ਗਏ ਤੇ ਕਹਿਣ ਅਸੀਂ 50 ਦੇ 50 ਸੂਰਮੇ ਹਾਂ। ਇਸ ਤਰ੍ਹਾਂ ਨਹੀਂ, ਜਿਹੜਾ ਕੱਲਾ ਖਲੋਤਾ ਅਨੇਕਾਂ ਤੇ ਭਾਰੂ ਪੈ ਜਾਵੇ, ਉਹ ਵੀ ਸੂਰਮਾ ਮੰਨਿਆ ਹੈ ਸੰਸਾਰ ਨੇ। ਤੇ ਜਦੋਂ ਉਹ ਰਣ ਭੂਮੀ ਵਿੱਚ ਸਰੀਰ ਛੱਡਦਾ ਹੈ, ਤੇ ਫਿਰ ਉਹ ਸੂਰਜ ਮੰਡਲ ਤੋਂ ਉੱਪਰ ਜਿੱਥੇ ਜੋਗੀ ਨਿਵਾਸ ਰੱਖਦੇ ਨੇ, ਸੁਰਪੁਰੀ ਵਿੱਚ ਨਿਵਾਸ ਕਰਦਾ ਹੈ। ਗਨ ਬਿਰੰਗਨਾ ਸੇਵਤ ਆਏ। ਫਿਰ ਤਰ੍ਹਾਂ ਤਰ੍ਹਾਂ ਦੇ ਸੇਵਕ ਉਹਨੂੰ ਮਿਲਦੇ ਹਨ। ਬਿਬਦ ਬਿਦਨ ਕੇ ਬਿਬਦ ਜਿਭਾਏ। ਕਈ ਤਰ੍ਹਾਂ ਦੇ ਦੇਵਤੇ ਜਿੱਥੇ ਨਿਵਾਸ ਰੱਖਦੇ ਹਨ। ਚਾਮੇ ਕਰਕੇ ਮੰਦਰ ਵਿਚਾਰ। ਸੋਨੇ ਦੇ ਮੰਦਰ ਜਿਹੜੇ ਨੇ, ਉਹਨਾਂ ਵਿੱਚ ਉਹਦਾ ਨਿਵਾਸ ਹੁੰਦਾ ਹੈ। ਰਾਗ ਸੁਨਾਵੈ ਬਹੁ ਸੁਖ ਸੀਚ। ਬੜਾ ਸੁਖ ਦੇਣ ਵਾਲਾ ਰਾਗ ਉਹਨੂੰ ਸੁਣਨ ਨੂੰ ਮਿਲਦਾ ਹੈ। ਇਤਿਆਦਿਕ ਸੁਖ ਅਨਕ ਪ੍ਰਕਾਰ। ਇਤਿਆਦਿਕ ਜਿਹੜੇ ਹਨ, ਉਹ ਸੂਰਮੇ ਨੂੰ ਸੁਖ ਮਿਲਦੇ ਹਨ। ਸੁਰਤਨ ਹੋਇ ਰਹਿ ਸਵਰਗ ਮੁਝਾਰ। ਫਿਰ ਦੇਵਤਿਆਂ ਦਾ ਤਨ ਧਾਰ ਕੇ ਸੁਰਪੁਰੀ ਵਿੱਚ ਜਿੱਥੇ ਦੇਵਤੇ ਨਿਵਾਸ ਰੱਖਦੇ ਨੇ, ਉੱਥੇ ਉਹ ਆਪਣਾ ਨਿਵਾਸ ਰੱਖਦਾ ਹੈ। ਧਰਮ ਬੜੋ ਇਹ ਆਜੁਦ ਧਾਰੇ। ਮਹਾਰਾਜ ਕਹਿੰਦੇ ਸ਼ਸਤਰ ਧਾਰਨਾ ਇਹ ਵੱਡਾ ਧਰਮ ਹੈ। ਇਸ ਲਈ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸ਼ਸਤਰਾਂ ਨੂੰ ਵੱਡਾ ਪੀਰ ਕਿਹਾ ਹੈ। ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ, ਸਹਿਬ ਸਰੋਹੀ ਸੈਥੀ ਯਹ ਹਮਾਰੇ ਪੀਰ। ਗੁਰਦੇਵ ਕਹਿੰਦੇ ਨੇ ਸ਼ਸਤਰ ਧਾਰਨਾ ਇਹ ਵੀ ਇੱਕ ਵੱਡਾ ਧਰਮ ਹੈ, ਕਿਉਂਕਿ ਧਰਮ ਕਾਇਮ ਹੀ ਸ਼ਸਤਰ ਦੇ ਨਾਲ ਰਹਿੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ, ਰਾਜ ਬਿਨਾ ਨਾ ਧਰਮ ਚਲੈ ਹੈ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚਲੈ ਹੈ, ਧਰਮ ਬਿਨਾ ਸਭ ਦਲੈ ਮਲੈ ਹੈ। ਸ਼ਸਤਰ ਹੈ ਤੇ ਰਾਜ ਕਾਇਮ ਹੈ, ਤੇ ਰਾਜ ਹੈ ਤੇ ਧਰਮ ਦੀ ਹੋਂਦ ਕਾਇਮ ਹੈ। ਇਸ ਲਈ ਮਹਾਰਾਜ ਕਹਿੰਦੇ ਸ਼ਸਤਰ ਧਾਰਨ ਇਹ ਵੀ ਇੱਕ ਧਰਮ ਹੈ। ਧਰਮ ਵੈਸੇ ਉਹਨੂੰ ਵੀ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਸਾਰੇ ਕਾਇਦੇ ਕਾਨੂੰਨ ਦੇ ਵਿੱਚ ਰਹਿਣ, ਜਿੱਥੇ ਅਮਨ ਸ਼ਾਂਤੀ ਹੋਵੇ। ਇਹ ਵੀ ਇੱਕ ਧਰਮ ਦੀ ਨਿਸ਼ਾਨੀ। ਤੇ ਬੰਦੇ ਨੂੰ ਕਿਸੇ ਦਾ ਫਰਜ਼ ਯਾਦ ਦਿਵਾਉਣਾ ਹੋਵੇ, ਉਹਨੂੰ ਕਿਹਾ ਜਾਂਦਾ ਹੈ ਕਿ ਤੂੰ ਆਪਣਾ ਧਰਮ ਯਾਦ ਕਰ। ਤੇ ਜਦੋਂ ਆਪਾਂ ਦੇਸ਼ ਵੱਲ ਦੇਖਦੇ ਹਾਂ, ਹਰੇਕ ਦੇਸ਼ ਦੀ ਰਾਖੀ ਜਿਹੜੀ ਹੈ ਉਹ ਸ਼ਸਤਰਾਂ ਦੇ ਨਾਲ ਕੀਤੀ ਜਾ ਰਹੀ। ਭਾਵੇਂ ਦੇਸ਼ ਕਿੰਨਾ ਵੀ ਅਮਨ ਸ਼ਾਂਤੀ ਵਾਲਾ ਹੋਵੇ, ਕਾਨੂੰਨ ਦੇ ਵਿੱਚ ਰਹਿਣ ਵਾਲਾ ਹੋਵੇ, ਅਮਨ ਸ਼ਾਂਤੀ ਪਸੰਦ ਹੋਵੇ, ਪਰ ਫਿਰ ਵੀ ਉਹਨੇ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਸ਼ਸਤਰਧਾਰੀ ਜਿਹੜੇ ਸਿਪਾਹੀ ਨੇ ਉਹ ਖੜੇ ਕੀਤੇ ਹੋਏ ਨੇ।
ਇਸ ਲਈ ਗੁਰਦੇਵ ਕਹਿੰਦੇ ਨੇ ਸ਼ਸਤਰ ਧਾਰਨਾ ਇੱਕ ਬਹੁਤ ਵੱਡਾ ਧਰਮ ਹੈ, ਕਿਉਂਕਿ ਜਦੋਂ ਧਰਮੀ ਦੇ ਹੱਥ ਸ਼ਸਤਰ ਹੋਵੇਗਾ ਉਹ ਹਮੇਸ਼ਾ ਗਰੀਬ ਦੀ ਰਾਖੀ ਵਾਸਤੇ ਚੱਲੇਗਾ, ਮਜ਼ਲੂਮ ਦੀ ਰਾਖੀ ਵਾਸਤੇ ਚੱਲੇਗਾ। ਪਰ ਜਦੋਂ ਅਤਿਆਚਾਰ ਜ਼ੁਲਮੀ ਬੰਦਾ ਆਪਣੇ ਹੱਥ 'ਚ ਸ਼ਸਤਰ ਫੜੇਗਾ ਉਹ ਜ਼ੁਲਮ ਹੀ ਕਰੇਗਾ। ਇਸ ਲਈ ਪਾਪ ਨੂੰ ਠੱਲ ਪਾਉਣ ਵਾਸਤੇ, ਜ਼ੁਲਮ ਨੂੰ ਰੋਕਣ ਵਾਸਤੇ ਸ਼ਸਤਰ ਧਾਰਨਾ ਇਹ ਸਾਡਾ ਧਰਮ ਹੈ। ਇਸ ਲਈ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਲਾਜ਼ਮੀ ਕਰ ਦਿੱਤਾ ਕਿ ਗੁਰੂ ਕਾ ਸਿੱਖ, ਗੁਰੂ ਕਾ ਖਾਲਸਾ ਆਪਣੇ ਕੋਲ ਹਮੇਸ਼ਾ ਸ਼ਸਤਰ ਰੱਖੇ। ਹੁਣ ਜਦੋਂ ਦੇਖਿਆ ਜਾਂਦਾ ਹੈ ਭਾਵੇਂ ਜਿੰਨੇ ਵੀ ਯੁੱਧ ਹੋਏ ਹਨ ਉਹ ਸ਼ਸਤਰਾਂ ਦੇ ਨਾਲ, ਜੇ ਗੀਤਾ ਲਿਖੀ ਗਈ ਉੱਥੇ ਵੀ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਇਹੋ ਹੀ ਕਿਹਾ ਸੀ ਕਿ ਅੱਜ ਆਪਾਂ ਨੂੰ ਸ਼ਸਤਰ ਚੁੱਕਣਾ ਸਾਡੇ ਵਾਸਤੇ ਧਰਮ ਹੈ, ਜ਼ੁਲਮ ਨੂੰ ਰੋਕਣਾ, ਸਰੀਰ ਦੇ ਉੱਤੇ ਹੋਏ ਫੋੜੇ ਨੂੰ ਕੱਟ ਦੇਣਾ ਕੋਈ ਮਾੜੀ ਗੱਲ ਨਹੀਂ ਹੈ। ਇਸ ਲਈ ਸਾਰੇ ਧਰਮਾਂ ਦੇ ਵਿੱਚ ਦੇਖਿਆ ਜਾਂਦਾ ਹੈ ਜਿਹੜੇ ਵੀ ਨਬੀ ਹੋਏ, ਅਵਤਾਰੀ ਪੁਰਖ ਹੋਏ, ਉਹਨਾਂ ਨੇ ਆਪਣੇ ਪਾਸ ਸ਼ਸਤਰ ਰੱਖਿਆ। ਕਿਉਂਕਿ ਉਹ ਵੱਡੇ ਧਰਮੀ ਸਨ, ਉਹਨਾਂ ਨੇ ਸਾਨੂੰ ਧਰਮ ਦੀ ਗੱਲ ਸਿਖਾਈ ਹੈ। ਇਸ ਲਈ ਮਹਾਰਾਜ ਕਹਿੰਦੇ ਸ਼ਸਤਰ ਧਾਰਨਾ ਵੀ ਇੱਕ ਵੱਡਾ ਧਰਮ ਹੈ। ਨਾ ਸ਼ਤਰੂਣ ਦਿਖਾਏ ਪਿਛਾਰੀ, ਕਦੇ ਵੀ ਜਿਹੜਾ ਸੂਰਮਾ ਹੈ ਉਹ ਵੈਰੀ ਨੂੰ ਪਿੱਠ ਨਹੀਂ ਦਿਖਾਉਂਦਾ। ਜਿਹੜੇ ਪਿੱਠ ਦਿਖਾ ਕੇ ਭੱਜਦੇ ਹਨ ਉਹ ਸੂਰਮੇ ਨਹੀਂ ਹੋ ਸਕਦੇ। ਉੱਦਾਂ ਭਾਵੇਂ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਸੂਰਮੇ ਮੰਨਣ ਕਹਾਉਣ, ਪਰ ਅਸਲ ਵਿੱਚ ਉਹ ਸੂਰਮੇ ਨਹੀਂ, ਕਿਉਂਕਿ ਸੂਰਮਾ ਕਦੇ ਵੈਰੀ ਨੂੰ ਪਿੱਠ ਦਿਖਾ ਕੇ ਨਹੀਂ ਭੱਜਦਾ। ਦੋਨੋਂ ਲੋਕ ਸੂਰ ਭੁਜ ਤਰੈ, ਹਾਂ, ਦੋਵੇਂ ਲੋਕ ਜਿਹੜੇ ਹਨ, ਦੋਵੇਂ ਲੋਕਾਂ ਦੇ ਸੁੱਖ ਸੂਰਮਿਆਂ ਦੀਆਂ ਬਾਹਾਂ ਥੱਲੇ ਹਨ। ਜਿੱਤੈ ਪ੍ਰਿਥਵੀ ਰਾਜ ਸੋ ਕਰੈ, ਜੇ ਸੂਰਮਾ ਦੁਨੀਆ ਵਿੱਚ ਜਿੱਤਦਾ ਹੈ ਤੇ ਧਰਤੀ ਦਾ ਰਾਜ ਕਰਦਾ ਹੈ। ਮਰੈ ਸਵਰਗ ਕੇ ਸੁਖ ਕੋ ਪਾਵੈ, ਤੇ ਜਦੋਂ ਸੂਰਮਾ ਰਣ ਭੂਮੀ ਦੇ ਵਿੱਚ ਵੀਰ ਗਤੀ ਪਾ ਜਾਂਦਾ ਹੈ ਤੇ ਫਿਰ ਮਰ ਕਰਕੇ ਵੀਰ ਗਤੀ ਨੂੰ ਪਾ ਕਰਕੇ ਉਹ ਪਰਲੋਕ ਦੇ ਵਿੱਚ ਸੁੱਖ ਪਾਉਂਦਾ ਹੈ। ਚਾਮੀ ਕਰਕੇ ਸਦਨ ਬਸਾਵੈ, ਸੁੰਦਰ ਮਹਿਲਾਂ ਦੇ ਵਿੱਚ ਉਹਦਾ ਨਿਵਾਸ ਹੁੰਦਾ ਹੈ। ਰੁਚਰ ਪ੍ਰਿਅੰਕ ਸੇਜ ਸੁਖਾਲੀ, ਸੋਹਣੇ ਪਲੰਘ ਅਤੇ ਸੋਹਣੀਆਂ ਸੁੱਖ ਵਾਲੀਆਂ ਸੇਜਾਂ ਉਹਨੂੰ ਮਿਲਦੀਆਂ ਹਨ। ਭੋਗੇ ਭੋਗ ਆਨੰਦ ਵਿਸਾਲੀ, ਬਹੁਤੇ ਆਨੰਦਦਾਇਕ ਭੋਗ ਜਿਹੜੇ ਉਹਨੂੰ ਭੋਗਣ ਨੂੰ ਮਿਲਦੇ ਹਨ। ਹਿਮ ਜਾਨੋ ਜੋ ਦਾਗਤ ਭਲੇ, ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਾਣੋ ਕਿ ਸੂਰਮਾ ਜਿਹੜਾ ਹੈ ਉਹਦੀ ਅਖੀਰ ਕਲਿਆਣ ਹੁੰਦੀ ਹੈ। ਸਮੁਖ ਲਹੇ ਤੇ ਸ਼ੁਭ ਪਦ ਮਿਲੇ, ਹਾਂ, ਸਮੁਖ ਲਹੇ ਤੇ ਸ਼ੁਭ ਪਦ ਮਿਲੇ। ਜਿਹੜਾ ਸਾਹਮਣੇ ਹੋ ਕਰਕੇ ਲੜਦਾ ਹੈ, ਵੀਰ ਗਤੀ ਨੂੰ ਪਾਉਂਦਾ ਹੈ, ਉਹ ਸ਼ੁਭ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਦੋਹਰਾ ਸੇਠਾ ਉਗਵੰਦਾ ਦਊ, ਅਪਰ ਪਕਸ਼ ਭਾਗਾ ਤੀਨਾ। ਆ ਤਿੰਨੇ ਸਿੱਖ, ਭਾਈ ਸੇਠਾ, ਭਾਈ ਉਗਵੰਦਾ ਤੇ ਭਾਈ ਸੁਭਾਗਾ ਜੀ, ਇਹ ਤਿੰਨੇ ਸਿੱਖ ਚੂਹਣੀਏ ਪੁਰ ਮਹਿ ਬਸੇ, ਜਾਤ ਅਰੋੜੇ ਚੀਨਾ। ਇਹ ਚੂਹਣੀਏਪੁਰ ਦੇ ਵਿੱਚ ਨਿਵਾਸ ਰੱਖਣ ਵਾਲੇ ਹਨ ਤੇ ਜਾਤੀ ਦੇ ਇਹ ਅਰੋੜੇ ਸਿੱਖ ਹਨ। ਇਹ ਤਿੰਨੇ ਹੀ ਜਾਓ ਪਈ ਸਿੱਖਣ ਕੀ ਸੇਵਾ ਨਿਤ ਕਰੈ, ਸਿੱਖਾਂ ਦੀ ਹਮੇਸ਼ਾ ਸੇਵਾ ਕਰਦੇ ਸਨ। ਇਸ ਮੈਂ ਜਾਗ ਗੁਰੂਰ ਧਰੈ, ਰਾਤ ਦੇ ਸਮੇਂ ਜਾਗ ਕੇ ਗੁਰੂ ਜਪਦੇ ਸੀ। ਸ਼ਿਦਤ ਸਿੱਖ ਕੋ ਦੇਤ ਆਹਾਰਾ, ਜੇ ਕਿਸੇ ਭੁੱਖੇ ਸਿੱਖ ਨੂੰ ਦੇਖਦੇ ਸਨ ਤੇ ਉਹਨੂੰ ਛਕਣ ਵਾਸਤੇ ਚੰਗਾ ਭੋਜਨ ਦਿੰਦੇ ਸਨ। ਹੀਰ ਨਗਨ ਕੋ ਬਸਤਰ ਉਦਾਰਾ, ਜੇ ਕਿਸੇ ਦਾ ਤਨ ਨਗਨ ਦੇਖਦੇ ਸੀ ਉਹਦਾ ਨਗੇਜ ਢੱਕਣ ਵਾਸਤੇ ਉਹਨੂੰ ਸੋਹਣਾ ਬਸਤਰ ਦਿੰਦੇ ਸਨ। ਸ੍ਰੀ ਅਰਜਨ ਕੋ ਬੰਧਨ ਠਾਨੀ, ਇਹਨਾਂ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਹੱਥ ਜੋੜ ਅਰਦਾਸ ਬਖਾਨੀ, ਹੱਥ ਜੋੜ ਕੇ ਇਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕੀਤੀ, ਭੋਜਨ ਇਹਾਂ ਦੇਤ ਘਰ ਮਾਹੀ। ਮਹਾਰਾਜ, ਅਸੀਂ ਸਿੱਖਾਂ ਨੂੰ ਘਰ ਵਿੱਚ ਪ੍ਰਸ਼ਾਦਾ ਛਕਾਉਂਦੇ ਹਾਂ, ਪਿਤਰਨ ਕੋ ਪਹੁੰਚਤ ਕੈ ਨਾਹੀ। ਦੱਸੋ, ਕਈ ਮੰਨਦੇ ਹਨ ਕਿ ਕਿਸੇ ਨੂੰ ਭੋਜਨ ਛਕਾਉਣਾ, ਜਾਂ ਜਿਸ ਤਰ੍ਹਾਂ ਸਨਾਤਨ ਮਤ ਵਿੱਚ ਮੰਨਿਆ ਜਾਂਦਾ ਹੈ ਕਿ ਉਹ ਜਦੋਂ ਬ੍ਰਾਹਮਣਾਂ ਨੂੰ ਬੁਲਾ ਕੇ ਭੋਜਨ ਛਕਾਉਂਦੇ ਹਨ ਤੇ ਉਹ ਮੰਨਦੇ ਹਨ ਕਿ ਭੋਜਨ ਪਿੱਤਰ ਲੋਕ ਵਿੱਚ ਗਿਆ, ਸਾਡੇ ਬਜ਼ੁਰਗਾਂ ਨੂੰ ਪ੍ਰਾਪਤ ਹੋਇਆ ਹੈ। ਸ੍ਰੀ ਮੁਖ ਤੇ ਤਿਨ ਸਾਥ ਬਖਾਨਾ, ਮਹਾਰਾਜ ਇਹ ਦੱਸੋ ਕਿ ਸਿੱਖਾਂ ਨੂੰ ਭੋਜਨ ਛਕਾਉਣ ਦਾ ਕੀ ਫਲ ਹੈ। ਇਹਨਾਂ ਦੇ ਤਾਈਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉੱਤਰ ਦਿੱਤਾ, ਪਹੁੰਚਤ ਪਿਤਰਨ ਹਿਤ ਜੇ ਦਾਨਾ। ਮਹਾਰਾਜ ਕਹਿੰਦੇ ਜਿਹੜੇ ਪਿਤਰਾਂ ਦੇ ਹਿੱਤ ਵਾਸਤੇ ਭੋਜਨ ਪਹੁੰਚਦੇ ਹਨ, ਸ੍ਰੀ ਨਾਨਕ ਕੋ ਕਹਿਓ ਪ੍ਰਮਾਣ। ਜਿਹੜੇ ਕਹਿੰਦੇ ਨੇ ਸਾਡੇ ਪਿੱਤਰ ਖਾ ਰਹੇ ਨੇ ਖਵਾਇਆ ਹੋਇਆ ਭੋਜਨ,
ਉਹਨਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਹਨ। ਸੋ ਸ਼ਲੋਕ ਸਮਝੋ ਤਿਮ ਜਾਣ। ਹਾਂ ਮਹਾਰਾਜ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸ਼ਲੋਕ ਹੈ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ। ਉਹਦੇ ਵਿੱਚ ਮਹਾਰਾਜ ਜੀ ਦਾ ਇਹ ਪਾਵਨ ਸ਼ਲੋਕ ਆਸਾ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ। ਇਹ ਸ਼ਲੋਕ ਦੀ ਆਰੰਭਤਾ ਹੈ, ਜੇ ਮੋਹਾ ਕਾ ਘਰ ਮੋਹ ਹੈ ਘਰ ਮੋਹਿ ਪਿਤਰੀ ਦੇ। ਜੇ ਕੋਈ ਚੋਰ ਆਪਣੇ ਘਰ ਦੇ ਵਿੱਚ ਬ੍ਰਾਹਮਣਾਂ ਨੂੰ ਬੁਲਾ ਕੇ ਭੋਜਨ ਛਕਾਵੇ, ਆਪਣੇ ਬਜ਼ੁਰਗਾਂ ਨਮਿਤ ਸ਼ਰਾਧ ਕਰੇ, ਜੇ ਮੁਹਾਕਾ ਘਰ ਮੋਏ ਘਰ ਮੋਏ ਪਿਤਰੀ ਦੇ ਅੱਗੇ ਵਸਤ ਸਜਾਣੀਏ। ਮਹਾਰਾਜ ਕਹਿੰਦੇ ਜੇ ਤੁਸੀਂ ਮੰਨਦੇ ਹੋ ਤੁਹਾਡਾ ਛਕਾਇਆ ਹੋਇਆ ਭੋਜਨ ਅੱਗੇ ਪਿੱਤਰਾਂ ਨੂੰ ਮਿਲਦਾ ਹੈ, ਤੇ ਫਿਰ ਜਿਹਦੇ ਘਰੋਂ ਚੋਰੀ ਹੋਈ ਸੀ ਉਹਦੇ ਬਜ਼ੁਰਗ ਵੀ ਉੱਥੇ ਹੀ ਬੈਠੇ ਸਨ, ਪਿਤਰੀ ਚੋਰ ਕਰੇ। ਫਿਰ ਹੋਇਆ ਕਿ ਜਦੋਂ ਤੁਹਾਡਾ ਛਕਾਇਆ ਹੋਇਆ ਭੋਜਨ ਤੁਹਾਡੇ ਬਜ਼ੁਰਗਾਂ ਨੂੰ ਉਹ ਸਮਾਨ ਮਿਲਿਆ ਜਿਹਦੇ ਘਰੋਂ ਚੋਰੀ ਹੋਈ ਸੀ, ਉਹਨਾਂ ਨੇ ਉਹ ਸਮਾਨ ਆਪਣਾ ਪਛਾਣ ਲਿਆ। ਉਹਨਾਂ ਨੇ ਕਿਹਾ ਇਹ ਤਾਂ ਸਾਡੇ ਘਰ ਦਾ ਸਮਾਨ ਹੈ। ਤੇ ਫਿਰ ਹੋਇਆ ਕਿ ਤੁਹਾਡੇ ਬਜ਼ੁਰਗ ਜਿਹੜੇ ਉੱਥੇ ਪਰਲੋਕ ਵਿੱਚ ਚੋਰ ਕਹਾਉਣਗੇ ਕਿ ਇਹ ਸਾਡਾ ਸਮਾਨ ਚੋਰੀ ਹੋਇਆ ਤੇ ਤੁਹਾਨੂੰ ਕਿੱਦਾਂ ਮਿਲ ਗਿਆ। ਜੇ ਮੁਹਾਕਾ ਘਰ ਮੋਏ ਘਰ ਮੋਏ ਪਿਤਰੀ ਦੇ ਅੱਗੇ ਵਸਤ ਸਿਆਣੀਐ ਪਿਤਰੀ ਚੋਰ ਕਰੇ। ਫਿਰ ਹੋਵੇਗਾ ਕਿ ਵੱਢੀਆ ਹੱਥ ਦਲਾਲ ਕੇ, ਜਿਹੜਾ ਵਿੱਚ ਦਲਾਲੀ ਕਰਾਉਣ ਵਾਲਾ ਹੈ। ਕਿਉਂਕਿ ਜਦੋਂ ਚੋਰੀ ਦਾ ਸਮਾਨ ਕੋਈ ਵਕਾਵੇ ਦਲਾਲ ਬਣ ਕੇ, ਤੇ ਫਿਰ ਉਹ ਦਲਾਲ ਨੂੰ ਵੀ ਜਿਹੜਾ ਚੋਰੀ ਦਾ ਸਮਾਨ ਵਕਵਾ ਰਿਹਾ ਸੀ ਉਹਨੂੰ ਵੀ ਸਜ਼ਾ ਮਿਲਦੀ। ਫਿਰ ਮਹਾਰਾਜ ਕਹਿੰਦੇ ਜਿਹਨੇ ਬਹਿ ਕੇ ਭੋਜਨ ਖਾਧਾ ਪਿੱਤਰਾਂ ਨੂੰ ਭੇਜਿਆ, ਤੇ ਫਿਰ ਉਹ ਵੀ ਜਿਹੜਾ ਦਲਾਲ ਬ੍ਰਾਹਮਣ ਭੋਜਨ ਖਾ ਰਿਹਾ ਸੀ ਸ਼ਰਾਧ ਦਾ, ਉਹ ਵੀ ਫਿਰ ਦੋਸ਼ੀ ਹੋਇਆ। ਵੱਡੀ ਹੱਥ ਦਲਾਲ ਕੇ ਮੁਸਪੀਏ ਕਰੇ। ਪਰ ਮਹਾਰਾਜ ਕਹਿੰਦੇ ਅਸਲ ਵਿੱਚ ਇਹ ਪੰਕਤੀਆਂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰੀਆਂ ਹਨ। ਸੋ ਸ਼ਲੋਕ ਸਮਝੋ ਤਿਮ ਜਾਣ। ਆਓ ਸ਼ਲੋਕ ਮਹਾਰਾਜ ਕਹਿੰਦੇ ਸਮਝਣਾ ਕਰੋ। ਸ੍ਰੀ ਮੁਖ ਵਾਕ ਮਹਾਰਾਜ ਦੇ ਮੁਖ ਦੇ ਬਚਨ ਹਨ। ਨਾਨਕ ਅੱਗੇ ਜੋ ਸੋ ਮਿਲੈ ਜੇ ਖੱਟੇ ਘਾਲੇ ਦੇ। ਇਹ ਸ਼ਲੋਕ ਦੀ ਅਖੀਰਲੀ ਪੰਕਤੀ ਹੈ ਕਿ ਅੱਗੇ ਉਹੀ ਮਿਲਦਾ ਹੈ ਜੇ ਖੱਟੇ ਘਾਲੇ ਦੇ। ਜੇ ਬੰਦਾ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰੇ, ਘਾਲੇ ਤੋਂ ਭਾਵੇਂ ਮਸ਼ੱਕਤ ਕਰੇ, ਤੇ ਫਿਰ ਉਸ ਨੂੰ ਕਮਾਈ ਕਰਕੇ ਅੱਗੇ ਕਿਸੇ ਨੂੰ ਦੇਵੇਗਾ, ਤੇ ਮਹਾਰਾਜ ਕਹਿੰਦੇ ਜੋ ਬੀਜੇਗਾ ਉਹੋ ਹੀ ਵੱਢੇਗਾ। ਅਸਲ ਵਿੱਚ ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਜੇ ਬੰਦਾ ਸੋਚਦਾ ਹੈ ਕਿ ਮੈਂ ਜੋੜ ਕੇ ਰੱਖ ਲਾਂ ਤੇ ਫਿਰ ਬਾਅਦ ਵਿੱਚ ਇਹ ਮੇਰੇ ਪਰਲੋਕ 'ਚ ਕੰਮ ਆਵੇਗਾ, ਇਸ ਤਰ੍ਹਾਂ ਕੰਮ ਨਹੀਂ ਆਉਣਾ। ਪਰਲੋਕ ਤਾਂ ਉਹੀ ਕੰਮ ਆਵੇਗਾ ਜੇ ਖੱਟੇ ਘਾਲੇ ਦੇ, ਜੋ ਆਪ ਕਮਾਇਆ ਫਿਰ ਆਪ ਜਿਹੜਾ ਸੀ ਉਹ ਵੰਡਿਆ, ਗਰੀਬਾਂ ਦੇ ਨਿਮਿਤ ਦਿੱਤਾ ਜਾਂ ਦਾਨ ਪੁੰਨ ਕੀਤਾ, ਆਪਣੇ ਹੱਥੀਂ ਬੀਜਿਆ ਹੀ ਕੰਮ ਆਉਂਦਾ ਹੈ। ਚਾਉ ਪਏ ਸੁਣ ਸਿੱਖਣ ਪੁਨ ਕੀਨ ਸੰਦੇਹ। ਸਤਿਗੁਰਾਂ ਦਾ ਬਚਨ ਸੁਣ ਕੇ ਸਿੱਖਾਂ ਨੇ ਫਿਰ ਬੇਨਤੀ ਕੀਤੀ, ਪ੍ਰਾਨੇ ਇਹਾਂ ਆਹਾਰ ਸੋ ਦੇਹ। ਕਹਿਣ ਲੱਗੇ ਮਹਾਰਾਜ ਜਿਹੜਾ ਅਸੀਂ ਇੱਥੇ ਪਰ ਭੋਜਨ ਛਕਾਉਂਦੇ ਹਾਂ, ਪਿਤਰ ਸੁਰਗ ਕੈ ਨਰਕ ਮਝਾਰੀ। ਤੇ ਜੇ ਕਿਤੇ ਪਿੱਤਰ ਜਾ ਚੁੱਕੇ ਵੱਡ ਵਡੇਰੇ, ਕੋਈ ਸੁਰਗਾਂ 'ਚ ਹੈ ਕੋਈ ਨਰਕਾਂ 'ਚ ਹੈ, ਕਿਦੋ ਜੂਨ ਕੈਸੇ ਕੋ ਧਾਰੀ। ਜਾਂ ਕਿਸੇ ਨੇ ਕਰਮਾਂ ਅਨੁਸਾਰ ਕੋਈ ਹੋਰ ਜੂਨ ਪਾਈ ਹੈ। ਜਿਸ ਤਰ੍ਹਾਂ ਦੁਨੀ ਚੰਦ ਆਪਣੇ ਬਜ਼ੁਰਗ ਦੇ ਨਿਮਿਤ ਸ਼ਰਾਧ ਕਰਾ ਰਿਹਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਲਾਹੌਰ ਪਹੁੰਚੇ ਤੇ ਦੁਨੀ ਚੰਦ ਨੇ ਸਾਰਿਆਂ ਨੂੰ ਨਿਉਂਤਾ ਦਿੱਤਾ। ਪਤਾ ਲੱਗਾ ਗੁਰੂ ਨਾਨਕ ਸਾਹਿਬ ਜੀ ਵੀ ਆਏ ਨੇ, ਮਹਾਰਾਜ ਨੂੰ ਵੀ ਬੇਨਤੀ ਕੀਤੀ, ਘਰੇ ਲੈ ਗਿਆ, ਸਤਿਗੁਰਾਂ ਅੱਗੇ ਪਕਵਾਨ ਰੱਖਿਆ ਤੇ ਮਹਾਰਾਜ ਪੁੱਛਦੇ ਨੇ ਇਹ ਕਿਸ ਗੱਲੋਂ ਇੰਨਾ ਇਕੱਠ ਕੀਤਾ ਹੈ। ਕਹਿਣ ਲੱਗਾ ਮੇਰੇ ਬਜ਼ੁਰਗ ਦਾ ਸ਼ਰਾਧ ਹੈ। ਮਹਾਰਾਜ ਕਹਿੰਦੇ ਅੱਛਾ, ਕੀ ਇਹ ਤੇਰਾ ਛਕਾਇਆ ਭੋਜਨ ਤੇਰੇ ਬਜ਼ੁਰਗਾਂ ਨੂੰ ਮਿਲ ਗਿਆ? ਕਹਿਣ ਲੱਗਾ ਮਹਾਰਾਜ ਉਹਦੇ ਬਾਰੇ ਤਾਂ ਕੋਈ ਗਿਆਨ ਨਹੀਂ। ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਕਰ ਕਿ ਇੱਕ ਪਰਾਤ ਭਰ ਤੇ ਸਾਡੇ ਨਾਲ ਚੱਲ। ਕਹਿੰਦਾ ਕਿੱਧਰ? ਮਹਾਰਾਜ ਕਹਿੰਦੇ ਜੰਗਲ ਵਿੱਚ। ਕਹਿੰਦਾ ਉੱਥੇ ਕੀ? ਮਹਾਰਾਜ ਕਹਿੰਦੇ ਤੇਰਾ ਬਜ਼ੁਰਗ ਭੁੱਖਾ ਬੈਠਾ ਹੈ। ਉਹਨੇ ਛੇਤੀ ਨਾਲ ਪਰਾਤ ਭਰੀ ਪਕਵਾਨ ਦੀ ਤੇ ਮਹਾਰਾਜ ਦੇ ਨਾਲ ਗਿਆ। ਝਾੜੀਆਂ ਵਿੱਚ ਜਿੱਥੇ ਬਗਿਆੜ ਬੈਠਾ ਸੀ ਮਹਾਰਾਜ ਨੇ ਜਾ ਕੇ ਦਿਖਾ ਦਿੱਤਾ। ਸਤਿਗੁਰੂ ਕਹਿੰਦੇ ਤੇਰਾ ਬਜ਼ੁਰਗ ਹੈ। ਉਸ ਵੇਲੇ ਪਕਵਾਨ ਅੱਗੇ ਰੱਖਿਆ ਤੇ ਉਹਨੇ ਛਕਿਆ ਤੇ ਫਿਰ ਪ੍ਰਕਾਸ਼ ਸਰੂਪ ਉਸ ਦਾ ਜਿਹੜਾ ਸੀ ਨਿਕਲਿਆ। ਉਹਨੇ ਪੁੱਛਿਆ ਆਪਣੇ ਬਜ਼ੁਰਗ ਤੋਂ, ਕਹਿਣ ਲੱਗਾ ਤੁਸੀਂ ਤਾਂ ਬੜੇ ਧਰਮੀ ਸੀ, ਪਰ ਇਹ ਜੂਨ ਕਿਸ ਤਰ੍ਹਾਂ ਮਿਲੀ? ਤੁਸੀਂ ਤਾਂ ਬੜੇ ਪੁੰਨੀ ਸੀ, ਬੜੇ ਪੁੰਨ ਵਾਲੇ ਕਰਮ ਕਰਦੇ ਸੀ। ਉਸ ਵੇਲੇ ਉਹਦਾ ਬਜ਼ੁਰਗ ਕਹਿੰਦਾ ਹੈ, ਕਹਿੰਦਾ ਪੁੰਨ ਤਾਂ ਮੈਂ ਬਥੇਰੇ ਕੀਤੇ, ਪਰ ਅਖੀਰਲੇ ਸਮੇਂ ਸਾਡੇ ਗੁਆਂਢ ਦੇ ਵਿੱਚ ਕੋਈ ਮੱਛੀ ਰਿੰਨ ਰਿਹਾ ਸੀ।
ਮੈਨੂੰ ਉਹਦੀ ਸੁਗੰਧੀ ਆਈ ਤੇ ਉਸ ਵੇਲੇ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਸਾਰੀ ਉਮਰ ਮੱਛੀ ਖਾ ਕੇ ਨਹੀਂ ਦੇਖੀ, ਇਹਦਾ ਸਵਾਦ ਕਿਸ ਤਰ੍ਹਾਂ ਦਾ ਹੋਵੇਗਾ। ਬਸ ਉੱਥੇ ਪ੍ਰਾਣ ਨਿਕਲ ਗਏ। ਹੁਣ ਅਖੀਰਲੇ ਸਮੇਂ ਜਿੱਥੇ ਸੁਰਤ ਟਿਕੀ ਸੀ, ਭਗਤ ਜੀ ਕਹਿੰਦੇ ਫਿਰ ਜਨਮ ਵੀ ਤਾਂ ਉਸ ਤਰ੍ਹਾਂ ਦਾ ਹੀ ਪਾਣਾ ਸੀ। ਕਹਿਣ ਲੱਗਾ ਇਸ ਕਰਕੇ ਮੈਨੂੰ ਬਘਿਆੜ ਦੀ ਜੂਨ ਮਿਲੀ ਕਿ ਹੁਣ ਖਾ ਜਿੰਨਾ ਮਾਸ ਖਾਣਾ ਹੈ। ਪਰ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਆਏ ਨੇ ਤੇ ਮੇਰਾ ਇਹਨਾਂ ਨੇ ਉਧਾਰ ਕੀਤਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਧਾਰ ਕੀਤਾ ਸੀ। ਸੋ ਸਿੱਖ ਕਹਿੰਦੇ ਨੇ ਮਹਾਰਾਜ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ, ਕੋਈ ਕਰਮਾਂ ਅਨੁਸਾਰ ਨਰਕਾਂ ਨੂੰ, ਕੋਈ ਸਵਰਗਾਂ ਨੂੰ, ਕੋਈ ਕਿਸੇ ਜੂਨ ਦੇ ਵਿੱਚ ਰਹਿੰਦਾ ਹੈ, ਤਹ ਪਹੁੰਚੈ ਕਿ ਮੈਂ ਸੰਸੈ ਇਹ ਜਿਹੜਾ ਪਕਵਾਨ ਇਹ ਕਹਿੰਦੇ ਨੇ ਸਾਡੇ ਵੱਡਿਆਂ ਨੂੰ ਪਹੁੰਚਦਾ, ਕਿਸ ਤਰ੍ਹਾਂ ਪਹੁੰਚ ਜਾਂਦਾ ਹੈ। ਹੁਣ ਸਤਿਗੁਰ ਉੱਤਰ ਦੀਏ ਸਹੀ, ਸੁਣ ਕੇ ਸਤਿਗੁਰਾਂ ਨੇ ਇਸ ਗੱਲ ਦਾ ਉੱਤਰ ਦਿੱਤਾ ਹੈ। ਜਬ ਪਿਤਰਨ ਕੋ ਦਿਨ ਚਲ ਆਵੈ, ਮਹਾਰਾਜ ਕਹਿੰਦੇ ਮੰਨਦੇ ਹਨ ਕਿ ਜਦੋਂ ਪਿਤਰਾਂ ਦਾ ਦਿਨ ਆਉਂਦਾ ਹੈ, ਤਿਨ ਹਿਤ ਕਰ ਭੋਜਨ ਜੋ ਖਵਾਵੈ, ਉਹਨਾਂ ਪਿਤਰਾਂ ਦੇ ਨਿਮਿਤੇ ਭੋਜਨ ਖਵਾਉਂਦੇ ਹਨ। ਪਿਤਰ ਬਰਨ ਚਾਰਨ ਸਮੁਦਾਏ, ਫਿਰ ਚਾਰੇ ਵਰਨਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਹ ਜਿਹੜੇ ਹਨ ਇਹ ਪਿਤਰਾਂ ਨੂੰ ਮੰਨਦੇ ਹਨ। ਵਿਪਰਨ ਵਿਖੈ ਪ੍ਰਵੇਸ਼ ਹੈ ਆਏ, ਫਿਰ ਚਾਰੇ ਵਰਨਾਂ ਵਾਲੇ ਇਹ ਮੰਨਦੇ ਹਨ ਕਿ ਜਿਹੜੇ ਪਿਤਰ ਹਨ ਇਹ ਬ੍ਰਾਹਮਣਾਂ ਵਿੱਚ ਪ੍ਰਵੇਸ਼ ਕਰਦੇ। ਇਸ ਲਈ ਬ੍ਰਾਹਮਣਾਂ ਨੂੰ ਘਰੇ ਬੁਲਾ ਕੇ ਪਕਵਾਨ ਖਵਾਉਣਾ, ਇਹ ਮੰਨਦੇ ਹਨ ਕਿ ਇਹਨਾਂ ਵਿੱਚ ਸਾਡੇ ਪਿਤਰਾਂ ਦਾ ਨਿਵਾਸ ਹੋਇਆ ਹੈ। ਸਿੱਖਣ ਕੈ ਗਣ ਪਿਤਰ ਜੋ ਹੈ, ਪਰ ਮਹਾਰਾਜ ਕਹਿੰਦੇ ਜਿਹੜੇ ਸਿੱਖਾਂ ਦੇ ਵੱਡ ਵਡੇਰੇ ਹਨ, ਸੋ ਸਿੱਖਨ ਮਹਿ ਬਾਸੋ ਲਹੈ, ਸਤਿਗੁਰੂ ਜੀ ਕਹਿੰਦੇ ਉਹ ਸਿੱਖਾਂ ਦੇ ਵਿੱਚ ਹੀ ਨਿਵਾਸ ਕਰਦੇ ਹਨ। ਇਸ ਲਈ ਕਿਤੇ ਹੋਰ ਭਰਮਾਂ ਵਿੱਚ ਨਹੀਂ ਪੈਣਾ। ਮਹਾਰਾਜ ਕਹਿੰਦੇ ਸਾਰੇ ਪਿੱਤਰ, ਸਾਰਾ ਕੁਝ ਦਾਨ ਪੁੰਨ ਜਿਹੜਾ ਉਹ ਸਿੱਖਾਂ ਦੇ ਵਿੱਚ ਹੀ ਆ ਜਾਂਦਾ ਹੈ। ਇਸ ਕਰਕੇ ਜਥਾ ਚੰਗ ਬੰਦੀ ਸੰਗ ਡੋਰ, ਜਿਸ ਤਰ੍ਹਾਂ ਮਹਾਰਾਜ ਕਹਿੰਦੇ ਡੋਰ ਦੇ ਨਾਲ ਪਤੰਗ ਬੰਨੀ ਹੁੰਦੀ ਹੈ, ਡੋਲਤ ਜਹ ਕਹਿ ਨਭ ਕੀ ਓਰ, ਉਹ ਡੋਲਦੀ ਹੈ ਤੇ ਫਿਰ ਆਕਾਸ਼ ਨੂੰ ਜਾਂਦੀ ਹੈ। ਡੋਰ ਬੰਦ ਦੀਪਕ ਪਹੁੰਚਾਵੈ, ਕਈ ਡੋਰ ਦੇ ਨਾਲ, ਪਤੰਗ ਦੇ ਨਾਲ ਦੀਵਾ ਬਨ ਕੇ ਵੀ ਆਕਾਸ਼ ਵੱਲ ਭੇਜਦੇ ਹਨ। ਤਿਮ ਪਿਤਰਨ ਕੀ ਬਿਦ ਬਣ ਆਵੈ, ਪਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਪਿਤਰਾਂ ਦੇ ਕੋਲ ਜਿਹੜਾ ਦੀਵਾ ਹੈ, ਦੀਪਕ ਹੈ, ਚਾਨਣ ਕਰਨ ਲਈ ਨਹੀਂ ਪਹੁੰਚਦਾ। ਮੋਹ ਡੋਰ ਨਿਜ ਸੰਤਤ ਸੰਗ, ਜਿਸ ਤਰ੍ਹਾਂ ਪਤੰਗ ਡੋਰ ਦੇ ਨਾਲ ਬੰਨੀ ਆਕਾਸ਼ ਵੱਲ ਜਾਂਦੀ ਹੈ, ਪਰ ਇੱਧਰ ਉੱਧਰ ਡੋਲਦੀ ਹੈ, ਪਰ ਡੋਰ ਨਾਲ ਬੰਨੀ ਰਹਿੰਦੀ ਹੈ, ਡੋਰ ਦੇ ਅਧੀਨ ਰਹਿੰਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਿਤਰਾਂ ਦੀ ਹਾਲਤ ਹੁੰਦੀ ਹੈ ਮੋਹ ਡੋਰ ਨਿਜ ਸੰਤਤ ਸੰਗ, ਉਹ ਮੋਰ ਦੀ ਡੋਰ ਦੇ ਵਿੱਚ ਬੰਨੇ ਹੋਏ ਹਨ। ਤੇ ਮੋਹ ਦੀ ਡੋਰ ਕਿਹਦੇ ਨਾਲ ਬੰਨੀ ਹੈ? ਸੰਤਤ ਭਾਵ ਸੰਤਾਨ, ਆਪਣੇ ਬੱਚਿਆਂ ਵਿੱਚ ਸੁਰਤ ਟਿਕਾ ਕੇ ਇੱਥੋਂ ਤੁਰਦੇ ਹਨ। ਤੇ ਜਿਹੜੇ ਉਹਨਾਂ ਦੇ ਬੱਚੇ ਹਨ ਉਹ ਆਪਣੇ ਪਿਤਰਾਂ ਨੂੰ ਯਾਦ ਕਰਦੇ ਨੇ ਤੇ ਭੋਜਨ ਛਕਾਉਂਦੇ ਨੇ। ਇਸ ਲਈ ਮਹਾਰਾਜ ਕਹਿੰਦੇ ਮੋਹ ਦੀ ਡੋਰ ਵਿੱਚ ਬੰਨੇ ਰਹਿੰਦੇ ਹਨ। ਬੰਦੇ ਰਹਿਤ ਦੂਰ ਸਮਚੰਗ, ਹਾਂ, ਜਿਸ ਤਰ੍ਹਾਂ ਦੂਰ ਤੱਕ ਪਤੰਗ ਡੋਰ ਨਾਲ ਬੰਨੀ ਰਹਿੰਦੀ ਹੈ, ਇਸੇ ਤਰ੍ਹਾਂ ਪਿਤਰ ਲੋਕ ਵਿੱਚ ਜਿਹੜੇ ਹਨ ਇਹ ਮੋਹ ਦੇ ਬੱਧੇ ਰਹਿੰਦੇ ਹਨ। ਪਿਤਰ ਦੇਵਤਾ ਜੇ ਸਭ ਕੇਰੇ, ਹਾਂ, ਤੇ ਜਿਹੜੇ ਦੇਵਤੇ ਜਿਨ੍ਹਾਂ ਦੇ ਪਿਤਰ ਦੇਵਲੋਕ ਵਿੱਚ ਹਨ, ਸੋ ਸੋ ਲੈ ਆਹਾਰ ਤਸਵੇਰੇ, ਇਹ ਮੰਨਦੇ ਹਨ ਕਿ ਫਿਰ ਇਹ ਜਿਹੜਾ ਖਵਾਇਆ ਹੋਇਆ ਭੋਜਨ ਉਹਨਾਂ ਪਿਤਰਾਂ ਨੂੰ ਪਹੁੰਚਦਾ ਹੈ। ਸੁਰਗ ਕੇ ਨਰਕ ਜੂਨ ਕੇ ਮਾਹੀ, ਭਾਵੇਂ ਉਹ ਸੁਰਗਾਂ 'ਚ, ਨਰਕਾਂ 'ਚ ਜਾਂ ਹੋਰ ਟੇਡੀਆਂ ਜੂਨਾਂ ਵਿੱਚ ਹੋਣ, ਸੁਰਜੇ ਪਿਤਰ ਪਹੁੰਚਾਵੈ ਤਾਹੀ, ਪਰ ਇਹ ਸਾਡੇ ਦੇਵਤੇ ਜਿਹੜੇ ਨੇ ਪਿਤਰਾਂ ਤੱਕ ਭੋਜਨ ਪਹੁੰਚਾਉਂਦੇ ਹਨ। ਸੁਣ ਤੀਨੋ ਨਿਸ਼ਚੈ ਮਨ ਕੀਨਾ, ਸੁਣ ਕੇ ਸਤਿਗੁਰੂ ਜੀ ਦਾ ਇਹ ਉੱਤਰ ਤੇ ਮਨ ਵਿੱਚ ਨਿਸ਼ਚਾ ਬਣਿਆ। ਇਹ ਦੱਸ ਦਿੱਤਾ ਮਹਾਰਾਜ ਨੇ ਕਿ ਇਹ ਤਾਂ ਉਹਨਾਂ ਦਾ ਮੰਨਣਾ ਹੈ ਕਿ ਇਹ ਸਾਡੇ ਜਿਹੜੇ ਪਿੱਤਰ ਹਨ ਉਹ ਭੋਜਨ ਕਿਸ ਤਰ੍ਹਾਂ ਪ੍ਰਾਪਤ ਕਰਦੇ, ਕਿ ਦੇਵਤਿਆਂ ਰਾਹੀਂ ਉਹਨਾਂ ਤੱਕ ਭੋਜਨ ਪਹੁੰਚਦਾ ਹੈ। ਪਰ ਮਹਾਰਾਜ ਕਹਿੰਦੇ ਸਿੱਖਾਂ ਨੂੰ ਕਿਸੇ ਭਰਮ ਵਿੱਚ ਪੈਣ ਦੀ ਲੋੜ ਨਹੀਂ, ਕਿਉਂਕਿ ਸਿੱਖਾਂ ਵਿੱਚ ਹੀ ਸਾਰੇ ਪਿੱਤਰਾਂ ਦਾ ਨਿਵਾਸ ਹੈ। ਭਾਵ ਕਿ ਸਾਰੇ ਜਿਹੜੇ ਸਾਡੇ ਵੱਡ ਵਡੇਰੇ ਉਹ ਸਿੱਖ ਹੀ ਹਨ। ਇਸ ਲਈ ਜਿਹੜੇ ਦਾਨ ਪੁੰਨ ਕਰਦੇ ਸਨ ਜਾਂ ਪਾਪਾਂ ਦੇ ਅਧੀਨ ਸਨ ਉਹ ਨਰਕਾਂ ਨੂੰ ਜਾਣਗੇ ਜਾਂ ਜੂਨਾਂ ਵਿੱਚ ਪੈਣਗੇ। ਤੇ ਫਿਰ ਉਹਨਾਂ ਨੂੰ ਪਕਵਾਨ ਪਹੁੰਚੇ ਨਾ ਪਹੁੰਚੇ ਉਹ ਬਾਅਦ ਦੀ ਗੱਲ ਹੈ। ਪਰ ਮਹਾਰਾਜ ਕਹਿੰਦੇ ਜਿਹੜੇ ਸਿੱਖ ਹਨ, ਸਿੱਖਾਂ ਨੂੰ ਬੁਲਾ ਕੇ ਭੋਜਨ ਛਕਾ ਦੇਣਾ ਇਹ ਸਭ ਤੋਂ ਵੱਡਾ ਪੁੰਨ ਹੈ, ਕਿਉਂਕਿ ਸਿੱਖਾਂ ਵਿੱਚ ਹੀ ਸਾਰਿਆਂ ਦਾ ਨਿਵਾਸ ਹੈ।
ਜਿਮ ਸਿਰ ਸਤਿਗੁਰ ਤੇ ਸੁਨ ਲੀਨਾ। ਸਤਿਗੁਰੂ ਜੀ ਤੋਂ ਇਹ ਉੱਤਰ ਸੁਣ ਕੇ ਪੈੜਾ ਜਾਤ ਚੰਡਾਲੀਆ। ਫਿਰ ਭਾਈ ਪੈੜਾ ਜੀ ਜੋ ਜਾਤ ਦੇ ਚੰਡਾਲੀਏ ਸਨ, ਜੇਠਾ ਸੇਠੀ ਆਣ। ਭਾਈ ਜੇਠਾ ਤੇ ਭਾਈ ਸੇਠੀ ਜੀ, ਸ੍ਰੀ ਅਰਜਨ ਕੀ ਸ਼ਰਨ ਤੱਕ। ਇਹਨਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਨੂੰ ਤੱਕਿਆ, ਸ਼ਰਨ ਵਿੱਚ ਆਏ ਹਨ ਬੰਦਸ ਕੀ ਨਸ ਬੰਧਨ ਕੀ ਨਸਿਆ ਜਾਣ। ਤੇ ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਚਾਉ ਪਈ ਇਨੇ ਆਪਣੀ ਅਰਦਾਸ ਬਖਾਨੀ। ਇਹਨਾਂ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਬੇਨਤੀ ਕਹੀ ਹੈ। ਰਾਵਰ ਕੀ ਬਾਨੀ ਹਮ ਮਾਨੀ। ਸਤਿਗੁਰੂ ਜੀ ਆਪ ਜੀ ਦੀ ਬਾਣੀ ਅਸੀਂ ਮੰਨਦੇ ਹਾਂ। ਧਰਮ ਕਿਰਤ ਤੇ ਕਰਹਿ ਕਮਾਈ। ਫਿਰ ਅਸੀਂ ਧਰਮ ਦੀ ਕਿਰਤ ਕਰਦੇ ਹਾਂ, ਧਰਮ ਦੀ ਕਮਾਈ ਕਰਦੇ ਹਾਂ। ਸਿੱਖਣ ਸਾਤ ਬਾਟ ਹਮ ਖਾਈ। ਉਹ ਧਰਮ ਦੀ ਕਮਾਈ ਕਰਕੇ ਸਿੱਖਾਂ ਦੇ ਨਾਲ ਵੰਡ ਕੇ ਛਕਦੇ ਹਾਂ। ਮਿਲਦ ਹਮ ਸੋ ਤਰਕ ਕਰਨ ਤੇ। ਪਰ ਜਿਹੜੇ ਬ੍ਰਾਹਮਣ ਨੇ ਉਹ ਸਾਡੇ ਨਾਲ ਮਿਲ ਕੇ ਬੜੀ ਤਰਕ ਕਰਦੇ ਹਨ। ਨਹ ਹਿੰਸਾ ਨਿਤ ਪੰਜ ਕਰਨ ਤੇ। ਕਹਿੰਦੇ ਹਨ ਕਿ ਤੁਸੀਂ 5 ਪ੍ਰਕਾਰ ਦੀ ਹਿੰਸਾ ਹੱਤਿਆ ਕਰਦੇ ਹੋ। ਉਖਲੀ ਕੂਟਨ ਪੀਸਨ ਚਾਕੀ। ਪਹਿਲਾਂ ਤੁਸੀਂ ਜਿਸ ਵਿੱਚ ਚਾਵਲ ਛੱਡੀ ਦੇ ਹਨ, ਕੁੱਟੀ ਦੇ ਹਨ, ਉਹਨੂੰ ਕਹਿੰਦੇ ਔਖਲੀ। ਕਹਿੰਦੇ ਤੁਸੀਂ ਔਖਲੀ ਦੇ ਵਿੱਚ ਦਾਣੇ ਪਾ ਕੇ ਕੁੱਟਦੇ ਹੋ। ਬੜਨੀ ਫੇਰਨ ਲੇਪਨ ਤਾਕੀ। ਫਿਰ ਤੁਸੀਂ ਵੱਢਣੀ ਕਹਿੰਦੇ ਨੇ ਝਾੜੂ ਨੂੰ, ਝਾੜੂ ਫੇਰਦੇ ਹੋ, ਉਹਦੇ ਵਿੱਚ ਕਈ ਹੱਤਿਆ ਹੁੰਦੀਆਂ ਨੇ। ਫਿਰ ਤੁਸੀਂ ਲੇਪ ਕਰਦੇ ਹੋ, ਉਹਦੇ ਵਿੱਚ ਕਈ ਜੀਵਾਂ ਦੀ ਹੱਤਿਆ ਹੁੰਦੀ ਹੈ। ਚੁੱਲ੍ਹੇ ਮੈਂ ਪਾਵਕ ਜੋ ਜਾਰਨਾ। ਚੁੱਲ੍ਹੇ ਦੇ ਵਿੱਚ ਜਿਹੜੀ ਅੱਗ ਬਾਲਦੇ ਹੋ, ਅਰ ਜਲ ਦੇ ਹੋਵੇ ਅਗ ਕਾਰਨ। ਫਿਰ ਜਲ ਦੇ ਵਿੱਚ ਕਈ ਜੀਵ ਮਰਦੇ ਹਨ। ਅਗਨ ਅਹੂਤ ਪੰਜ ਹਮ ਦੇਤ। ਅੱਗ ਦੀ ਆਹੂਤੀ ਜਿਹੜੀ ਹੈ ਉਹ ਅਸੀਂ ਦਿੰਨੇ ਆ, ਤੇ ਜਿਹਦੇ ਨਾਲ 5 ਹੱਤਿਆਵਾਂ ਦਾ ਦੋਸ਼ ਸਾਡੇ ਤੋਂ ਉਤਰ ਜਾਂਦਾ ਹੈ। ਅਸੀਂ ਇਹਨਾਂ ਦੋਸ਼ਾਂ ਤੋਂ, ਹੱਤਿਆ ਤੋਂ ਮੁਕਤ ਹੋ ਜਾਂਦੇ ਆ। ਦੋਸ਼ ਨਿਵਾਰਨ ਸੋ ਕਰ ਲੇਤ। ਅਸੀਂ ਆਪਣੇ 5 ਪਾਪਾਂ ਦਾ ਦੋਸ਼ ਜਿਹੜਾ ਉਹ ਦੂਰ ਕਰ ਦਿੰਨੇ ਆ। ਈਸ਼ੇ ਪਾਵਨ ਭੋਜਨ ਕਰੈ। ਫਿਰ ਅਸੀਂ ਭੋਜਨ ਜਿਹੜਾ ਪਵਿੱਤਰ ਕਰਕੇ ਖਾਣੇ ਆ। ਤੁਮ ਨਹਿ ਕਰੋ ਪੰਜ ਅਗ ਧਰੈ। ਇਹ ਸਿੱਖ ਕਹਿੰਦੇ ਨੇ, ਮਹਾਰਾਜ ਸਾਨੂੰ ਤਰਕ ਕਰਕੇ ਕਹਿੰਦੇ ਨੇ ਕਿ ਤੁਸੀਂ ਉਹ ਭੋਜਨ ਨੂੰ ਪਵਿੱਤਰ ਨਹੀਂ ਕਰਦੇ, ਤੇ ਫਿਰ ਤੁਸੀਂ 5 ਪ੍ਰਕਾਰ ਦੇ ਦੋਸ਼ ਤੁਹਾਡੇ ਸਿਰ ਲੱਗਦੇ ਨੇ। ਕਿਉਂਕਿ ਜਦੋਂ ਤੁਸੀਂ ਚੁੱਲ੍ਹਾ ਬਾਲਦੇ ਹੋ ਉਦੋਂ ਜੀਵ ਮਰਦੇ ਨੇ, ਜਦੋਂ ਲੇਪ ਕਰਦੇ ਹੋ ਉਦੋਂ ਮਰਦੇ ਨੇ, ਜਲ ਵਿੱਚ ਮਰਦੇ ਨੇ, ਝਾੜੂ ਫੇਰਦੇ ਹੋ ਮਰਦੇ ਨੇ, ਜਦੋਂ ਔਖਲੀ ਵਿੱਚ ਦਾਣੇ ਪਾ ਕੇ ਕੁੱਟਦੇ ਹੋ ਉਦੋਂ ਹਿੰਸਾ ਹੁੰਦੀ ਹੈ। ਇਸ ਤਰ੍ਹਾਂ 5 ਪ੍ਰਕਾਰ ਦੀ ਹਿੰਸਾ ਤੁਸੀਂ ਕਰਦੇ ਹੋ। ਪਰ ਅਸੀਂ ਸਭ ਤੋਂ ਪਹਿਲਾਂ ਇਹ ਹਿੰਸਾ ਤੋਂ ਬਚਣ ਵਾਸਤੇ ਅੱਗ ਦੇ ਵਿੱਚ ਆਹੂਤੀ ਪਾਉਂਦੇ ਹਾਂ, ਸਮੱਗਰੀਆਂ ਪਾਉਂਦੇ ਹਾਂ ਕਿ ਅਸੀਂ ਇਹ ਹਵਨ ਕਰਕੇ, ਆਹੂਤੀ ਪਾ ਕੇ ਇਹਨਾਂ 5 ਪਾਪਾਂ ਤੋਂ ਮੁਕਤ ਹੋ ਜਾਈਏ। ਪਰ ਤੁਸੀਂ ਇਹਨਾਂ ਪਾਪਾਂ ਤੋਂ ਨਹੀਂ ਬਚਦੇ। ਸ੍ਰੀ ਅਰਜਨ ਸੁਨ ਤਿਨ ਸਮਝਾਇਓ। ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਸਮਝਾਇਆ। ਜੋ ਆਹਾਰ ਤੁਮ ਸਿੱਖਣ ਖਾਇਓ। ਮਹਾਰਾਜ ਕਹਿੰਦੇ ਸਿੱਖੋ ਚਿੰਤਾ ਨਾ ਕਰੋ, ਜਿਹੜਾ ਪਕਵਾਨ ਤੁਸੀਂ ਸਿੱਖਾਂ ਨੂੰ ਖਵਾਉਂਦੇ ਹੋ, ਵਾਹਿਗੁਰੂ ਕੋ ਨਾਮ ਪੜ੍ਹੰਤੇ। ਜਦੋਂ ਸਿੱਖ ਛਕਣ ਲੱਗਿਆਂ ਵਾਹਿਗੁਰੂ ਨਾਮ ਮੂੰਹੋਂ ਜਪਦੇ ਹਨ, ਪੀਛੇ ਆਪ ਬੈਠ ਅਚਵੰਤੇ। ਫਿਰ ਸਿੱਖਾਂ ਨੂੰ ਛਕਾ ਕੇ ਤੁਸੀਂ ਭੋਜਨ ਤੇ ਬਚਿਆ ਹੋਇਆ ਆਪ ਛਕਦੇ ਹੋ। ਇਸ ਤੇ ਪਾਵਨ ਹੋਤ ਆਹਾਰਾ। ਇਸ ਦੇ ਨਾਲ ਤੁਹਾਡਾ ਜਿਹੜਾ ਆਹਾਰ ਹੈ, ਤੁਹਾਡਾ ਭੋਜਨ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਅਗਨ ਦੇਵਤਾ ਬਦਨ ਮਝਾਰਾ। ਤੇ ਮਹਾਰਾਜ ਕਹਿੰਦੇ ਹਨ ਸਿੱਖਾਂ ਦਾ ਜਿਹੜਾ ਮੂੰਹ ਹੈ ਉਹੀ ਅਸਲ ਵਿੱਚ ਅਗਨ ਦੇਵਤਾ ਬਦਨ ਮਝਾਰਾ। ਸਿੱਖਾਂ ਦਾ ਜਿਹੜਾ ਮੂੰਹ ਹੈ ਉਹੀ ਅਗਨ ਦੇਵਤਾ ਦਾ ਮੁਖ ਹੈ। ਕਿਉਂਕਿ ਜਿਹੜੇ ਬ੍ਰਾਹਮਣ ਲੋਕ ਨੇ ਉਹ ਜ਼ਿਆਦਾਤਰ ਅੱਗ ਦੇ ਵਿੱਚ ਆਹੂਤੀ ਪਾਉਂਦੇ ਨੇ। ਕਿਉਂਕਿ ਕਹਿੰਦੇ ਨੇ ਅਸੀਂ ਪਾਪਾਂ ਤੋਂ ਮੁਕਤ ਹੋਣ ਵਾਸਤੇ ਅਗਨ ਦੇਵਤਾ ਨੂੰ ਪ੍ਰਸੰਨ ਕਰ ਰਹੇ। ਸਿੱਖ ਕਹਿਣ ਲੱਗੇ ਮਹਾਰਾਜ ਅਸੀਂ ਸਿੱਖਾਂ ਨੂੰ ਭੋਜਨ ਛਕਾਉਂਦੇ ਆ, ਲੰਗਰ ਤਿਆਰ ਕਰੀਦਾ ਹੈ, ਪਰ ਸਾਡੇ ਤੇ ਤਰਕ ਕੀਤੀ ਜਾਂਦੀ ਹੈ ਕਿ ਤੁਸੀਂ 5 ਤਰ੍ਹਾਂ ਦੇ ਪਾਪ ਕਰਦੇ ਹੋ। ਦਾਣੇ ਕੁੱਟਣ ਲੱਗਿਆਂ ਪਾਪ, ਝਾੜੂ ਦੇਣ ਲੱਗਿਆਂ ਪਾਪ, ਚੁੱਲ੍ਹੇ ਵਿੱਚ ਅੱਗ ਬਾਲਣ ਲੱਗਿਆਂ ਪਾਪ, ਪਾਣੀ ਵਰਤਦੇ ਹੋ ਉਹਦੇ ਵਿੱਚ ਪਾਪ ਹੁੰਦਾ ਹੈ, ਤੇ ਤੁਸੀਂ ਪਾਪਾਂ ਦੀ ਨਿਵਰਤੀ ਕਰਨ ਲਈ ਕੁਝ ਨਹੀਂ ਕਰਦੇ। ਮਹਾਰਾਜ ਕਹਿੰਦੇ ਤੁਸੀਂ ਚਿੰਤਾ ਨਾ ਕਰੋ, ਜਦੋਂ ਤੁਸੀਂ ਵਾਹਿਗੁਰੂ ਨਾਮ ਜਪਦੇ ਹੋ, ਸਿੱਖਾਂ ਨੂੰ ਛਕਾ ਕੇ ਫਿਰ ਆਪ ਛਕਦੇ ਹੋ, ਜਿਹੜਾ ਭੋਜਨ ਸਿੱਖਾਂ ਦੇ ਮੁਖ ਦੇ ਵਿੱਚ ਪੈਂਦਾ ਹੈ ਇਹੋ ਹੀ ਮਹਾਰਾਜ ਕਹਿੰਦੇ ਸਾਰੇ ਦੇਵਤਿਆਂ ਦਾ ਮੁਖ ਹੈ। ਸਿੱਖ ਦਾ ਮੁਖ ਸਾਰੇ ਦੇਵਤਿਆਂ ਦਾ ਮੁਖ ਮੰਨਿਆ ਹੈ। ਇਸ ਕਰਕੇ ਤੁਹਾਡਾ ਛਕਾਇਆ ਹੋਇਆ ਭੋਜਨ ਵੀ ਪਵਿੱਤਰ ਹੈ, ਫਿਰ ਤੁਹਾਡੇ ਸਿਰ ਦੇ ਉੱਤੇ ਕੋਈ ਦੋਸ਼ ਰਹਿੰਦਾ ਹੀ ਨਹੀਂ। ਇਹ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਰਹਿੰਦਾ ਪ੍ਰਸੰਗ ਆਪਾਂ ਅਗਲੇ ਦੀਵਾਨਾਂ 'ਚ ਸਰਵਣ ਕਰਾਂਗੇ। ਜਿਸ ਤਰ੍ਹਾਂ ਸਤਿਗੁਰੂ ਜੀ ਦੱਸਣਗੇ ਕਿ ਸਾਰਾ ਸਿੱਖ ਦਾ ਸਰੀਰ ਹੀ ਕਿਸ ਤਰ੍ਹਾਂ ਇਹ ਸਾਰੇ ਸਰੀਰ ਵਿੱਚ ਹੀ ਦੇਵਤੇ ਨਿਵਾਸ ਕਰ ਰਹੇ ਨੇ। ਜਦੋਂ ਇਹਨੇ ਭੋਜਨ ਛਕ ਲਿਆ
ਤੇ ਫਿਰ ਪਿੱਛੇ ਕੀ ਰਹਿ ਗਿਆ, ਇਹ ਵਿਚਾਰ ਆਪਾਂ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਕੋ ਨਾਮ ਪਣੰਤੇ, ਪੀਛੇ ਆਪ ਬੈਠ ਅਚਵੰਤੇ। ਇਸਤੇ ਪਾਵਨ ਹੋਤ ਆਹਾਰਾ, ਅਗਨ ਦੇਵਤਾ ਬਦਨ ਮਝਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।